ਜਿਹਾ ਜੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕ ਘਰ ਸਦੇ ਉੱਠੀ ਜਾਏ। ਸਬਣਾ ਮਰਨਾ ਆਇਆ ਵਿਛੋੜਾ ਸਬਨਾ, ਪੁੱਛੋ ਜਾਏ ਸਿਆਣੇ ਆਪੇ ਮਿਲਣੀ ਕਿ ਨਾ। ਸੁਰਗਵਾਸੀ ਮਾਤਾ ਮਹਾਵੀਰ ਕੌਰ ਜੀ, ਜੋ ਕਿ ਉਸ ਪ੍ਰਭੂ ਪਰਮਾਤਮਾ ਦੇ ਦਿੱਤੇ ਹੋਏ ਸਵਾਸਾਂ ਦੀ ਪੂੰਜੀ ਨੂੰ ਫੂਕਦੇ ਹਨ, ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਜਾ ਫਿਰ ਉਹਨਾਂ ਦੀ ਰੂਹ ਲਿਆਉਣ ਵਾਸਤੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਉਹਨਾਂ ਦੀ ਰੂਪ ਲਿਆਉਣ ਵਾਸਤੇ ਸ਼ੁੱਧ ਗੁਰਬਾਣੀ ਨੂੰ ਆਪਾਂ ਜੁੜਨਾ ਕਰੀਏ। ਸਾਰਿਆਂ ਨੇ ਰਲ ਕੇ ਹਾਜ਼ਰੀ ਲਵਾਉਣੀ ਹੈ। ਸਤਿਗੁਰੂ ਜੀ ਰਹਿਮਤ ਕਰਨੀ, ਉਹਨਾਂ ਦੀ ਜੀਵਨ ਯਾਤਰਾ ਜਿਤਨੀ ਦੇਰ ਸਰੀਰ ਕਰਕੇ ਸੰਸਾਰ ਦੇ ਵਿੱਚ ਰਹੇ, ਜਿਤਨੇ ਕਰਮ ਕੀਤੇ ਸਤਿਗੁਰੂ ਜੀ ਲੇਖੇ ਦੇ ਵਿੱਚ ਲਿਖੇ, ਆਪਣੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨ। ਆਓ ਸਾਰੇ 5 ਮਿੰਟ ਵਾਸਤੇ ਵਾਹਿਗੁਰੂ ਸਿਮਰਨ, ਉਸ ਤੋਂ ਉਪਰੰਤ ਸ਼ੁੱਧ ਗੁਰਬਾਣੀ ਦੀ ਕੀਰਤਨ ਤੇ ਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਗੁਰਬਾਣੀ ਸਾਨੂੰ ਕੀ ਸੇਧ ਦੇ ਰਹੀ ਹੈ, ਆਓ ਸਾਰੇ ਰਲ ਕੇ ਗਾਈਏ। ਵਾਹਿਗੁਰੂ 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 ਸਿਮਰੋ ਵਾਹਿਗੁਰੂ 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 ਸਿਮਰੋ ਵਾਹਿਗੁਰੂ 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 ਤੇਰਾ ਸਭ ਸਦਕਾ ਵਾਹਿਗੁਰੂ, ਤੇਰੀ ਸਭ ਰਚਨਾ ਵਾਹਿਗੁਰੂ, ਤੇਰਾ ਸਭ ਸਦਕਾ ਵਾਹਿਗੁਰੂ, ਤੇਰੀ ਸਭ ਰਚਨਾ ਵਾਹਿਗੁਰੂ 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 ਸਿਮਰੋ ਵਾਹਿਗੁਰੂ 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 ਵਾਹਿਗੁਰੂ
नौਵੇਂ पिता गुरु तेग बहादुर जी महाराज जी का शब्द जगत में झूठी देखी प्रीत जितनिया भी प्रीतां ने संसार इंसान बनदा एक प्यार दियां गल्लां तंदां बंदियां जांदियां कि एक समय झूठ जिहड़ा है वो मिट जाता ओढ़क सच रहती है। ते गुरु जी सानू समझाउणा करदे ने जिउणा झूठ है ते मरना सच है पर इंसान मन नूं प्यार नहीं है। इत्थे आके परमात्मा ते दूरियां पै जांदियां। आओ करिए जी कृपा सतगुरु की पावन पितर बाणी नाल आपां जुड़ना करिए। जगत में झूठी देखी प्रीत उस तो उपरंत ये विचार नाल आपां जुड़ना करांगे। झूठी देखी प्रीत जगत में झूठी देखी प्रीत झूठी देखी प्रीत जगत में झूठी देखी प्रीत झूठी देखी प्रीत जगत में झूठी देखी प्रीत अपने ही स्यों सब लागे अपने ही स्यों सब लागे क्या दारा क्या मीत क्या दारा क्या मीत झूठी देखी प्रीत जगत में झूठी देखी प्रीत वाहिगुरु झूठी देखी प्रीत जगत में झूठी देखी प्रीत
मेरो मेरो सब है कहत है। मेरो मेरो सब है कहत है। हित सो बांधे ओची, हित सो बांधे ओची, हित सो बांधे ओची, हित सो बांधे ओची। अंत काल संगीने को, अंत काल संगीने को, ए आज रजी है, ए आज रजी है, ए आज रजी है, ए आज रजी है। झूठी देखी प्रीत जगत में, झूठी देखी प्रीत, झूठी देखी प्रीत जगत में, झूठी देखी प्रीत। अपने ही सुख सो सब लागे, अपने ही सुख सो सब लागे। क्या धारा क्या मीत, क्या धारा क्या मीत। झूठी देखी प्रीत जगत, झूठी देखी प्रीत, झूठी देखी प्रीत जगत में, झूठी देखी प्रीत। मन मोन किया जीवने समझा, मन मोर किया जीवने समझा। सिख दे हारी होनी, सिख दे हारी होनी, सिख दे हारी होनी, सिख दे हारी होनी।
ਆਪ ਜੀ ਨੇ ਸ਼ਬਦ ਸਰਵਣ ਕੀਤਾ। ਜਗਤ ਕਿਤੇ ਸੰਸਾਰ ਨੌਵੇਂ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇਵ ਗੰਧਾਰੀ ਦੇ ਵਿੱਚ ਨੌਵੇਂ ਪਿਤਾ ਦਾ ਇਹ ਸ਼ਬਦ 536 ਦੇ ਉੱਪਰ ਸੁਭਾਇਮਾਨ ਹੈ। ਤੇ ਗੁਰੂ ਨੌਵੇਂ ਪਿਤਾ ਸਾਨੂੰ ਕੀ ਸਮਝਾਉਣਾ ਕਰ ਸੀ? ਜਗਤ ਸੰਸਾਰ, ਜਿਸ ਸੰਸਾਰ ਦੇ ਵਿੱਚ ਅਸੀਂ ਪੈਦਾ ਹੋਏ, ਜਨਮ ਮਿਲਿਆ ਕਿਹਦੇ ਕੋਲੋਂ? ਇੱਕ ਮਾਂ ਸੀ ਤੇ ਇੱਕ ਪਿਤਾ ਸੀ। ਜਨਮ ਦਿੱਤਾ। ਪ੍ਰੀਤ ਕਿਸ ਤਰ੍ਹਾਂ ਪਾਈ? ਸਤਿਗੁਰੂ ਜੀ ਕਹਿੰਦੇ ਜੀ, ਪ੍ਰੀਤ ਬਣੀ ਪਹਿਲੇ ਬਾਣੀ ਦੇ ਕਿੱਦਾਂ? ਜਨਮ ਤੋਂ ਪਹਿਲੇ ਦੀ ਗੱਲ ਹੈ। ਨਾ ਤੇਰਾ ਨਾਮ ਸੀ, ਨਾ ਤੇਰੇ ਕੋਲ ਸਰੀਰ ਸੀ, ਨਾ ਤੇਰਾ ਗੋਦ ਸੀ, ਕੁਝ ਵੀ ਨਹੀਂ। ਉੱਥੇ ਪਾਤਸ਼ਾਹ ਮੋੜ ਲਾਉਂਦੇ ਨੇ, ਮਾਤ ਗਰਭ ਮੈਂ ਆਪਨ ਸਿਮਰਨ ਦੇ ਤਹਿ ਤੁਮ ਰਾਖੇ। ਕਿਨੇ ਰੱਖਿਆ ਕੀਤੀ? ਜੀਵਨ ਮਿਲਦਾ ਹੈ, ਇੱਕ ਮਾਤਾ ਤੇ ਪਿਤਾ ਸੰਭਾਲ ਕਰਦੇ ਨੇ ਆਪਣੇ ਬੱਚੇ ਦੀ। ਯਾਦ ਰੱਖਿਆ ਜੀ, ਉਸ ਤੋਂ ਚੰਗੀ ਤਰ੍ਹਾਂ ਜਿਤਨੇ ਮਰਜੀ ਮਾਸੀਆਂ, ਚਾਚੇ, ਤਾਏ, ਰਿਸ਼ਤੇਦਾਰ ਕਿਤਨੇ ਵੀ ਹੋਣ, ਪਰ ਮਾਂ ਵਰਗਾ ਲਾੜ ਕਿਤੇ ਕੋਈ ਲਾੜਾ ਨਹੀਂ ਸਕਦਾ। ਮਾਂ ਦਾ ਦੇਣ ਕੋਈ ਨਹੀਂ ਦੇ ਸਕਦਾ। ਅਕਬਰ ਦੀ ਗੱਲ ਹੈ। ਅਕਬਰ ਕਿਤੇ ਬਾਦਸ਼ਾਹ ਬਣਿਆ, ਮਾਂ ਨੂੰ ਕਹਿਣ ਲੱਗਾ, ਮਾਂ ਤੇਰਾ ਪੁੱਤਰ ਅੱਜ ਦੁਨੀਆ ਦਾ ਬਾਦਸ਼ਾਹ ਹੈ, ਮੰਗ ਲੈ ਜੋ ਕੁਝ ਮੰਗ ਲੈ। ਲੋਕਾਂ ਦੇ ਵਿੱਚ ਕਹਾਵਤ ਹੈ ਕਿ ਮਾਂ ਦਾ ਅਸੀਂ ਦੇਣ ਨਹੀਂ ਦੇ ਸਕਦੇ। ਕਿਤਨੇ ਜਨਮ ਵੀ ਲੈ ਲਈਏ, ਮਾਂ ਦਾ ਦੇਣ ਨਹੀਂ ਦੇ ਸਕਦੇ। ਪਰ ਅੱਜ ਤੇਰਾ ਪੁੱਤਰ ਬਾਦਸ਼ਾਹ ਬਣ ਗਿਆ ਤੇ ਇਹ ਮਾਂ, ਇਸ ਕਹਾਵਤ ਨੂੰ ਮੈਂ ਝੂਠੀ ਕਰ ਦੇਵਾਂਗਾ, ਤੂੰ ਮੰਗ ਲੈ ਜੋ ਕੁਝ ਮੰਗਣਾ, ਮੈਂ ਦੇਣ ਨੂੰ ਤਿਆਰ ਹੈ। ਕਹਿੰਦੀ ਪੁੱਤਰ, ਜਦੋਂ ਸਮਾਂ ਆਵੇਗਾ, ਮਾਂ ਬੜੀ ਸਿਆਣੀ ਸੀ। ਕਿਉਂਕਿ ਗੁਰੂ ਸਾਹਿਬ ਨੇ ਕਿਹਾ ਪਹਿਲਾ ਟੀਚਰ ਕੌਣ ਹੈ? ਇੱਕ ਮਾਂ ਹੈ ਤੇ ਪਿਤਾ ਹੈ। ਕਹਿਣ ਵਾਲੀ ਗੱਲ ਨਹੀਂ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੋਇਆ, ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰ। ਪਹਿਲਾ ਗੁਰਦੇਵ ਕਿਹੜੀ? ਮਾਂ, ਜਨਮ ਦੇਣ ਵਾਲੀ। ਫਿਰ ਕੌਣ? ਪਿਤਾ। ਸੁਆਮੀ ਕਹਿੰਦੇ ਟੀਚਰ, ਵਿਦਿਅਕ ਗੁਰੂ। ਤੇ ਅਖੀਰ ਤੇ ਕਿਹਨੇ ਖੜਾ ਕਰ ਦਿੱਤਾ? ਅਖੀਰ ਤੇ ਕਹਿੰਦੇ ਪਰਮੇਸ਼ਵਰ। ਮਾਂ ਨੂੰ ਬਣਾਉਣ ਵਾਲਾ ਪਰਮਾਤਮਾ, ਪਿਤਾ ਨੂੰ ਬਣਾਉਣ ਵਾਲਾ, ਪਿਤਾ ਗੁਰੂ ਨੂੰ ਪੈਦਾ ਕਰਨ ਵਾਲਾ ਪਰਮਾਤਮਾ, ਵਿਦਿਅਕ ਗੁਰੂ ਨੂੰ ਪੈਦਾ ਕਰਨ ਵਾਲਾ ਪਰਮਾਤਮਾ। ਇਹਨਾਂ ਨੂੰ ਮਾਣ ਵਡਿਆਈ ਬਖਸ਼ ਕੇ ਕਹਿੰਦੇ ਅਖੀਰ ਤੇ ਜਾ ਕੇ ਆਪ ਬਣਾਓ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਰਾ। ਕਹਿੰਦੇ ਅਖੀਰ ਤੇ ਜਾ ਕੇ ਪਰਮੇਸ਼ਰ ਕੱਢ ਗਿਆ। ਇਹਨਾਂ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ, ਆਪਣੀ ਵਡਿਆਈ ਨਹੀਂ ਪਰਮੇਸ਼ਰ ਨੇ ਕੀਤੀ। ਕਹਿੰਦੇ ਮਾਂ ਦੀ ਵਡਿਆਈ ਪਹਿਲਾਂ ਕੀਤੀ। ਪਹਿਲਾਂ ਕੌਣ? ਗੁਰੂ ਹੈ। ਕਿਹੜਾ ਲਿਖਿਆ ਇਹਨੇ ਇਤਿਹਾਸ ਪੜ੍ਹਿਆ ਜੀ, ਫਰੀਦ ਨੂੰ ਭਗਤ ਬਣਾਉਣ ਵਾਲਾ ਕੌਣ ਸੀ? ਉਹਦੀ ਮਾਂ ਸੀ। ਮਾਂ ਦੇ ਸੰਸਕਾਰ ਸੀ। ਤੇ ਅਕਬਰ ਕਹਿਣ ਲੱਗਾ, ਮਾਂ ਜੋ ਕੁਝ ਮੰਗਣਾ ਮੰਗ ਲੈ। ਮਾਂ ਬੜੀ ਸਿਆਣੀ। ਮਾਂ ਕਹਿੰਦੀ ਪੁੱਤਰ ਸਮਾਂ ਆਵੇਗਾ ਤੇ ਜ਼ਰੂਰ ਮੰਗਾਂਗੇ। ਮਾਂ ਨੇ ਸੋਚਿਆ ਮੇਰੇ ਪੁੱਤਰ ਦੇ ਅੰਦਰ ਹੰਕਾਰ ਦੀ ਝਲਕ, ਇਹ ਧਨ ਦੌਲਤ, ਇਹ ਬਾਦਸ਼ਾਹੀਆਂ ਕੁਝ ਸਮੇਂ ਦੀਆਂ ਹੋ ਸਕਦੀਆਂ, ਮਿਟ ਜਾਂਦੀਆਂ, ਖਤਮ ਹੋ ਜਾਂਦੀਆਂ। ਕਿਤਨੇ ਸਿਕੰਦਰ ਵਰਗੇ ਬਾਦਸ਼ਾਹ ਆਏ, ਦੁਨੀਆ ਨੂੰ ਜਿੱਤਣ ਵਾਲੇ, ਖਤਮ ਹੋ ਗਏ, ਮਿੱਟੀ ਉੱਤੇ ਲੱਗ ਗਈ। ਕਿੱਧਰ ਗਈਆਂ ਉਹਨਾਂ ਦੀਆਂ ਬਾਦਸ਼ਾਹੀਆਂ? ਸਾਡੀ ਜੀਵਨ ਯਾਤਰਾ ਵੀ ਕੁਝ ਸਮੇਂ ਵਾਸਤੇ ਨਿਜਿਤ ਸਮਾਂ ਹੋਇਆ। ਯਾਦ ਰੱਖਣਾ, ਜੀਵਨ ਤੋਂ ਪਹਿਲਾਂ, ਮਾਤਾ ਦੇ ਗਰਭ ਦੇ ਵਿੱਚ ਆਉਣ ਤੋਂ ਪਹਿਲਾਂ ਸਾਡਾ ਮਰਨਾ ਲਿਖਿਆ ਗਿਆ। ਕਦੋਂ, ਕਿਹੜੇ ਸਮੇਂ, ਕਿਤਨੀ ਉਮਰ ਭੋਗ ਕੇ ਕਿਵੇਂ ਮਰਨਾ, ਕਿੱਥੇ ਜਾ ਕੇ ਮਰਨਾ, ਕਿਹੜੀ ਘੜੀ, ਕਿਹੜਾ ਪਲ। ਕਹਿਣ ਦੀ ਗੱਲ ਨਹੀਂ, ਗੁਰਬਾਣੀ ਵਿੱਚ ਲਿਖਿਆ ਮਰਨ ਲਿਖਾਏ ਮੰਡਲ ਮੇ ਆਏ।
ਮੰਡਲ ਕਹਿੰਦੇ ਮਾਤਾ ਦੇ ਗਰਭ ਵਿੱਚ ਜਨਮ ਲਿਆ। ਪਹਿਲਾਂ ਤੇਰਾ ਜਿਉਣਾ ਨਹੀਂ, ਪਹਿਲਾਂ ਤੇਰਾ ਮਰਨਾ ਲਿਖਿਆ ਗਿਆ, ਯਾਦ ਰੱਖਿਆ। ਅਕਬਰ ਰੋਜ਼ ਸੌਂਦਾ ਸੀ ਰਾਤ ਤੇ ਉਹਦਾ ਬਿਸਤਰਾ ਉਹਦਾ ਨੌਕਰ ਤਿਆਰ ਕਰਦਾ ਸੀ। ਮਾਂ ਨੇ ਸੋਚਿਆ ਮੇਰੇ ਪੁੱਤਰ ਦੇ ਅੰਦਰ ਹੰਕਾਰ ਹੈ, ਇਹਨੂੰ ਦੂਰ ਕਰਨਾ ਹੈ। ਇੱਕ ਜੁਗਤੀ ਸੁਣੀ, ਉਸ ਨੌਕਰ ਨੂੰ ਕਹਿ ਦਿੱਤਾ ਕਿ ਅੱਜ ਮੇਰੇ ਪੁੱਤਰ ਦਾ ਬਿਸਤਰਾ ਮੈਂ ਤਿਆਰ ਕਰਾਂਗਾ, ਉਹਦੀ ਸੇਜਾ ਮੈਂ ਵਿਛਾਉਂਗਾ, ਉਹਦਾ ਮੰਜਾ ਮੈਂ ਤਿਆਰ ਕਰਾਂਗਾ। ਤਿਆਰ ਕੀਤਾ ਤੇ ਪਾਣੀ ਦਾ ਇੱਕ ਜੱਗ ਲਿਆ ਤੇ ਉੱਪਰ ਡੋਲ ਦਿੱਤਾ। ਅਕਬਰ ਕਹਿੰਦੇ ਜਦੋਂ ਜਾ ਕੇ ਸੁੱਤਾ ਗਿੱਲੀ ਜਗ੍ਹਾ ਤੇ ਨੀਂਦਰ ਨਹੀਂ ਪੈਂਦੀ, ਨੀਂਦ ਹੀ ਨਹੀਂ ਹੈ। ਟੱਪ ਖੜੋਇਆ, ਰੌਲਾ ਪਾਉਣਾ ਸ਼ੁਰੂ ਹੋ ਗਿਆ। ਅੱਜ ਮੇਰਾ ਮੰਜਾ, ਅੱਜ ਮੇਰਾ ਬਿਸਤਰਾ ਕਿਹਨੇ ਤਿਆਰ ਕੀਤਾ? ਕਹਿੰਦੀ ਮਾਂ ਆਪਣੇ ਕਮਰੇ ਵਿੱਚ ਬਾਹਰ ਆਈ, ਕਹਿੰਦੀ ਕੀ ਗੱਲ ਹੋ ਗਈ ਪੁੱਤਰ? ਕਹਿੰਦਾ ਅੱਜ ਮੇਰਾ ਬਿਸਤਰਾ ਚੰਗੀ ਤਰ੍ਹਾਂ ਤਿਆਰ ਨਹੀਂ ਹੋਇਆ, ਕਿਸ ਨੇ ਵਿਛਾਇਆ ਨਹੀਂ। ਕਹਿੰਦੀ ਕੀ ਗੱਲ ਹੋਈ? ਕਹਿੰਦੇ ਨੌਕਰਾਂ ਨੂੰ ਪਤਾ ਨਹੀਂ ਲੱਗਦਾ ਕਿ ਬਿਸਤਰ ਮੇਰਾ ਗਿੱਲਾ ਪਿਆ। ਮਾਂ ਹੱਸ ਕੇ ਕਹਿਣ ਲੱਗੀ ਪੁੱਤਰ ਅੱਜ ਬਿਸਤਰਾ ਮੈਂ ਵਿਛਾਇਆ ਤੇਰਾ, ਜੋ ਬੁਰਾ ਭਲਾ ਕਹਿਣਾ ਮੈਨੂੰ ਕਹਿਣਾ, ਨੌਕਰਾਂ ਨੂੰ ਨਹੀਂ। ਮਾਂ ਇਤਨਾ ਸਮਾਂ ਹੋ ਗਿਆ, ਰਾਜ ਭਾਗ ਮਿਲੇ ਨੇ, ਕੰਮ ਕਰਨ ਵਾਸਤੇ ਨੌਕਰ ਮਿਲੇ ਨੇ, ਤੂੰ ਕਿ ਮੇਰਾ ਬਿਸਤਰਾ ਵਿਛਾਇਆ? ਤੂੰ ਤੇ ਪੂਜਨ ਜੁਦੀ ਪੂਜਨ। ਮਾਂ ਕਹਿੰਦੀ ਪੁੱਤਰ ਜਿਸ ਦਿਨ ਤੂੰ ਰਾਜ ਗੱਦੀ ਤੇ ਬੈਠਾ ਸੀ ਉਸ ਦਿਨ ਮੈਨੂੰ ਇੱਕ ਸਵਾਲ ਕੀਤਾ ਸੀ, ਯਾਦ ਰੱਖੀ ਕਿ ਮਾਂ ਜੋ ਕੁਝ ਮੰਗਣਾ ਮੰਗਣਾ। ਦੁਨੀਆ ਕਹਿੰਦੀ ਹੈ ਮਾਂ ਦਾ ਦੇਣ ਨਹੀਂ ਦੇ ਸਕਦੀ, ਤੇ ਜੋ ਕੁਝ ਮੰਗਣਾ ਤੂੰ ਮੰਗ ਲੈ, ਮੈਂ ਤੇਰਾ ਹਰ ਦੇਣ ਦੇਵਾਂਗਾ, ਹਰ ਦੁਨੀਆ ਦੀ ਸ਼ੈ ਦੇਵਾਂਗਾ, ਹਰ ਦੁਨੀਆ ਦੀ ਵਸਤ ਤੇਰੇ ਕਦਮਾਂ ਵਿੱਚ ਰੱਖ ਦੇਵਾਂਗਾ। ਬਾਦਸ਼ਾਹ ਕਹਿੰਦਾ ਹਾਂ ਮਾਂ ਮੈਂ ਕਿਹਾ ਸੀ। ਕਹਿੰਦੀ ਪੁੱਤਰ ਸੁੱਤਾ ਕਿਉਂ ਨਹੀਂ, ਪਹਿਲੇ ਮੈਨੂੰ ਇਹ ਜਵਾਬ ਦੇ। ਕਹਿੰਦੀ ਮਾਂ ਬਿਸਤਰ ਗਿੱਲਾ ਸੀ, ਨਹੀਂ ਸੁੱਤਾ। ਕਹਿੰਦੀ ਯਾਦ ਰੱਖ ਜਦੋਂ ਤੂੰ ਛੋਟਾ ਸੀ, ਜਦੋਂ ਤੂੰ ਬਿਸਤਰ ਗਿੱਲਾ ਕਰਦਾ ਸੀ ਤੈਨੂੰ ਚੱਕ ਕੇ ਮੈਂ ਸੁੱਕੇ ਥਾਂ ਤੇ ਪਾ ਦਿੱਤਾ ਸੀ ਕਿ ਮੇਰਾ ਪੁੱਤਰ ਗਿੱਲੇ ਥਾਂ ਤੇ ਨਾ ਪਵੇ, ਇਹਦੀ ਨੀਂਦਰ ਨਾ ਖਰਾਬ ਹੋਵੇ, ਤੇ ਮੈਂ ਉਸੇ ਗਿੱਲੇ ਥਾਂ ਤੇ ਸੌਂ ਜਾਂਦੀ ਸੀ। ਮੈਨੂੰ ਇੱਕ ਰਾਤ ਦੀ ਨੀਂਦ ਦਾ ਫਲ ਦੇ, ਤੇਰੇ ਵਾਸਤੇ ਇੱਕ ਰਾਤ ਨਹੀਂ ਕੱਟੀ। ਕਹਿੰਦੇ ਕਿਤਨਾ ਤੇਰੀ ਬਾਲ ਅਵਸਥਾ ਸੀ ਨਾ, ਕਿਤਨਾ ਸਮਾਂ ਤੂੰ ਬਿਸਤਰ ਗਿੱਲਾ ਕਰਦਾ ਸੀ, ਪਰ ਯਾਦ ਰੱਖੀ ਤੈਨੂੰ ਮੈਂ ਸੁੱਕੇ ਥਾਂ ਤੇ ਪਾਉਂਦੀ ਸੀ ਇਹ ਪੁੱਤਰ, ਤੇ ਤੂੰ ਗਿੱਲੇ ਥਾਂ ਤੇ, ਤੈਨੂੰ ਚੱਕ ਕੇ ਨੀਂਦ ਨਹੀਂ ਆਉਂਦੀ ਸੀ, ਤੈਨੂੰ ਸੁੱਕੇ ਥਾਂ ਤੇ ਪਾ ਕੇ ਆਪ ਗਿੱਲੇ ਥਾਂ ਤੇ ਸੌਂ ਜਾਂਦੀ ਸੀ। ਇੱਕ ਰਾਤ ਤੈਨੂੰ ਤਾਂ ਕੁਝ ਮਿੰਟ ਹੀ ਹੋਏ ਨੇ, ਸੈਕਿੰਡ ਹੀ ਹੋਏ ਨੇ, ਤੂੰ ਬਿਸਤਰੇ ਤੇ ਪਿਆ ਹੈ ਨਾ ਜਾ ਕੇ, ਕੀ ਮਿਲਿਆ? ਨੀਂਦ ਨਹੀਂ ਪਈ, ਤੇ ਮੈਂ ਕਿਸ ਤਰ੍ਹਾਂ ਜਾ ਕੇ ਰਾਤ ਨੂੰ ਕੱਟਦੀ ਸੀ। ਯਾਦ ਰੱਖ ਚਰਨਾਂ ਤੇ ਕਿਤੇ ਪ੍ਰੇਮ ਵਾਕਈ ਕਹਿੰਦੇ ਮਾਂ ਦਾ ਅਸੀਂ ਕਦੇ ਦੇ ਨਹੀਂ ਸੀ ਸਕਦੇ। ਹੁਣ ਯਾਦ ਰੱਖਿਓ, ਇੱਕ ਮਾਂ ਉਂਗਲੀ ਫੜ ਕੇ ਆਪਣੇ ਬੱਚੇ ਨੂੰ ਸਿਖਾਉਂਦੀ ਹੈ, ਤੁਰਨਾ ਸਿਖਾ ਰਹੀ ਹੈ। ਹੁਣ ਨੌਵੇਂ ਪਾਤਸ਼ਾਹ ਨੇ ਇੱਥੇ ਕਿਹਾ ਜਗਤ ਮੈਂ ਝੂਠੀ ਦੇਖੀ ਪ੍ਰੀਤਾ ਪਾਈ ਸ਼ਬਦ ਦੇ ਵਿਚਾਰ ਦੇ ਨਾਲ ਜੁੜੇ ਸਨ। ਕਹਿੰਦੇ ਮਾਂ ਉਂਗਲੀ ਫੜ ਕੇ ਆਪਣੇ ਬੱਚੇ ਨੂੰ ਤੁਰਨਾ ਸਿਖਾਉਂਦੀ ਹੈ, ਕੰਮ ਕਰਦੀ ਹੈ ਨਾ, ਭੁੱਖ ਲੱਗਦੀ ਹੈ ਬੱਚੇ ਨੂੰ, ਮਾਂ ਭੱਜ ਕੇ ਆਉਂਦੀ ਹੈ,
ਚੱਕਦੀ ਹੈ, ਉਹਦੀ ਭੁੱਖ ਮਿਟਾਉਂਦੀ ਹੈ, ਬੱਚਾ ਸੌਂ ਜਾਂਦਾ। ਮਾਂ ਕੰਮ ਕਰਦੀ ਹੈ, ਧਿਆਨ ਆਪਣੇ ਬੱਚੇ ਦੇ ਵਿੱਚ ਹੈ। ਉਹ ਮਾਂ ਇੱਕ ਪਲ ਕਦੀ ਆਪਣੇ ਬੱਚੇ ਨੂੰ ਜੁਦਾ ਨਹੀਂ ਕਰਦੀ, ਅੱਖਾਂ ਤੋਂ ਓਲੇ ਨਹੀਂ ਕਰਦੀ। ਪ੍ਰੀਤ ਦੇ ਝੂਠੀ ਹੈ, ਕੁਝ ਸਮੇਂ ਲਈ ਹੈ। ਇੱਕ ਸਮਾਂ ਆ ਗਿਆ, ਨੌਵੇਂ ਪਾਤਸ਼ਾਹ ਕਹਿੰਦੇ ਇੱਕ ਸਮਾਂ ਆ ਗਿਆ। ਫਰੀਦ ਜੀ ਬੜਾ ਸੁੰਦਰ ਲਿਖਦੇ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਇਹ ਤੈ ਪਾਸੋਂ ਇਹ ਲੱਦ ਕੇ ਤੂੰ ਅਜੇ ਨਾ ਪਤੀ ਨੋ ਹੈ। ਮਾਂ ਦੇ ਨਾਲ ਬੱਚੇ ਦਾ ਪ੍ਰੇਮ ਜ਼ਿਆਦਾ ਹੁੰਦਾ। ਕਹਿੰਦੇ ਜਿਹੜੀ ਉਂਗਲੀ ਫੜ ਕੇ ਮਾਂ ਤੁਰਨਾ ਸਿਖਾਉਂਦੀ ਸੀ, ਅੱਖਾਂ ਤੇ ਤੈਨੂੰ ਇੱਕ ਪਲ ਵੀ ਉਹਦੇ ਨਹੀਂ ਕਰਦੀ ਸੀ, ਤੇਰੀ ਭੁੱਖ ਵੀ ਬਰਦਾਸ਼ਤ ਨਹੀਂ ਕਰਦੀ ਸੀ। ਆਪਣਾ ਕੰਮ ਕਰਦਿਆਂ ਹੋਇਆਂ ਧਿਆਨ ਉਹਦਾ ਕਿਹਦੇ ਵਿੱਚ ਸੀ, ਤੇਰੇ ਵਿੱਚ ਰਹਿੰਦਾ ਸੀ। ਇੱਕ ਸਮਾਂ ਐਸਾ ਆਇਆ, ਉਸ ਮਾਂ ਨੂੰ ਮੋਢਿਆਂ ਤੇ ਚੱਕਿਆ। ਜਿਸ ਬੱਚੇ ਨੂੰ ਦੇਖਿਆ ਜੀ, ਸਤਿਗੁਰੂ ਨੌਵੇਂ ਪਾਤਸ਼ਾਹ ਕਿਤਨੇ ਸੁੰਦਰ ਵਚਨ ਲਿਖਦੇ ਨੇ ਇਸ ਬਾਣੀ ਦੇ ਵਿੱਚ। ਕਹਿੰਦੇ ਜਿਸ ਬੱਚੇ ਨੂੰ ਤੁਰਨਾ ਸਿਖਾਇਆ, ਸੰਸਾਰ ਦੇ ਵਿੱਚ ਰਹਿਣਾ ਸਿਖਾਇਆ, ਸੰਸਕਾਰ ਦਿੱਤੇ। ਹੁਣ ਅਸੀਂ ਦੇਖਦੇ ਨਾ ਜਦੋਂ ਅੰਤਮ ਸਮਾਂ ਆਉਂਦਾ ਤੇ ਅਸੀਂ ਕਹਿੰਦੇ ਉਹਦਾ ਬੱਚਾ ਕੋਈ ਅਗਨ ਭੇਟ ਕਰੇ, ਕਮਾਲ ਦੀ ਗੱਲ ਹੈ। ਉਸ ਮਾਂ ਨੂੰ ਅਗਨ ਭੇਟ ਵੀ ਕੌਣ ਕਰਦਾ ਹੈ? ਜਿਹੜਾ ਸਭ ਤੋਂ ਪਿਆਰਾ ਹੈ, ਜਿਹੜਾ ਸਭ ਤੋਂ ਨਜ਼ਦੀਕ ਹੈ। ਸਤਿਗੁਰੂ ਜੀ ਕਹਿੰਦੇ ਨੇ ਜਗਤ ਮੇਂ ਝੂਠੀ ਦੇਖੀ ਪ੍ਰੀਤ, ਹੁਣ ਕਹਿੰਦੇ ਇਹਨੂੰ ਸੱਚੀ ਪ੍ਰੀਤ ਕਹੋਗੇ ਕਿ ਝੂਠੀ ਕਹੋਗੇ? ਨੌਵੇਂ ਪਾਤਸ਼ਾਹ ਕਹਿੰਦੇ ਆਪਣੇ ਆਪ ਹੀ ਹਿਸਾਬ ਬਣਾ ਲਿਆ। ਪ੍ਰੀਤ ਹੈ, ਇਨਸਾਨ ਸੱਚ ਮੰਨ ਕੇ ਜਿਉਂਦਾ। ਮੇਰੀ ਪ੍ਰੀਤ ਮੇਰੀ ਮਾਤਾ ਪਿਤਾ ਦੇ ਨਾਲ, ਭੈਣਾਂ ਭਰਾਵਾਂ ਦੇ ਨਾਲ, ਦੋਸਤਾਂ ਮਿੱਤਰਾਂ ਦੇ ਨਾਲ ਸੱਚੀ ਹੈ। ਪਰ ਗੁਰੂ ਕਹਿੰਦਾ ਨਹੀਂ, ਝੂਠੀ ਹੈ। ਇਨਸਾਨ ਸੱਚ ਮੰਨ ਕੇ ਬੈਠਾ ਹੈ ਤਾਂ ਹੀ ਪਰਮਾਤਮਾ ਤੋਂ ਦੂਰ ਹੈ। ਇਨਸਾਨ ਨੂੰ ਜਦੋਂ ਝੂਠ ਪਤਾ ਲੱਗ ਗਿਆ, ਸੱਚ ਤੇ ਝੂਠ ਦਾ, ਕਿਉਂਕਿ ਸਾਰੀ ਜ਼ਿੰਦਗੀ ਇਨਸਾਨ ਝੂਠ ਦੇ ਨਾਲ ਹੀ ਜਿਉਂਦਾ ਹੈ ਤੇ ਰੋਂਦੇ ਦੀ ਜ਼ਿੰਦਗੀ ਨਿਕਲ ਜਾਂਦੀ ਹੈ। ਪਹਿਲਾ ਜਨਮ ਲੈਂਦਾ ਬੱਚਾ ਦੇਖਿਆ ਹੁਣ ਆਪ ਜੀ ਨੇ ਰੋਂਦਾ ਹੈ, ਵੱਡਾ ਹੁੰਦਾ ਹੈ। ਦੁਨੀਆ ਦੇ ਇਤਨੇ ਝਮੇਲੇ, ਕਦੀ ਵਪਾਰ ਦੇ ਵਿੱਚੋਂ ਘਾਟਾ, ਕਦੀ ਸਰੀਰਕ ਦੁੱਖ, ਸਾਰੀ ਜ਼ਿੰਦਗੀ ਰੋਂਦੇ ਦੀ ਨਿਕਲ ਜਾਂਦੀ ਹੈ। ਅਖੀਰ ਨੂੰ ਵੀ ਰੋਣਾ ਹੀ ਪੱਲੇ ਪੈਂਦਾ ਹੈ। ਗੁਰੂ ਸਾਹਿਬ ਕਹਿੰਦੇ ਨੇ ਜਗਤ ਦੀ ਐਸੀ ਪ੍ਰੀਤ ਹੈ, ਝੂਠੀ ਹੈ, ਸੱਚੀ ਨਹੀਂ। ਕੁਝ ਸਮੇਂ ਲਈ ਅਸੀਂ ਇਸ ਸੰਸਾਰ ਵਿੱਚ ਐਵੇਂ ਸੱਚ ਨਾ ਮੰਨ ਕੇ ਬੈਠ ਜਾਏ ਕਿ ਅਸੀਂ ਸਦਾ ਲਈ ਰਵਾਂਗੇ। ਜੇ ਸਾਡੇ ਗੁਰੂ ਪੀਰ ਨਹੀਂ ਰਹੇ ਤੇ ਰਹਿਣਾ ਅਸੀਂ ਵੀ ਨਹੀਂ। ਗੁਰੂ ਸਾਹਿਬ ਨੇ ਲਿਖਿਆ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ, ਜਿਸਕੇ ਜੀ ਪ੍ਰਾਣ ਹੈ, ਕਿਉਂ ਸਾਹਿਬ ਮਨੋ ਵਿਸਾਰੀ ਹੈ। ਜੀਵਨ ਮਿਲਿਆ ਜਿਹੜਾ ਇਨਸਾਨ, ਪਸ਼ੂ, ਪੰਛੀ, ਕੋਈ ਵੀ ਵਨਸਪਤੀ ਧਰਤੀ ਤੇ ਪੈਦਾ ਹੋਈ, ਇੱਕ ਦਿਨ ਮਿਟ ਜਾਵੇਗੀ, ਇੱਕ ਦਿਨ ਖਤਮ ਹੋ ਜਾਵੇਗੀ, ਇੱਕ ਦਿਨ ਆਪਣੀ ਵਾਰੀ ਅਨੁਸਾਰ ਉਹਨੂੰ ਜਾਣਾ ਪਏਗਾ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਜੁੜੇ ਕਿਵੇਂ? ਆਪਣੇ ਹੀ ਸੁਖ ਸਿਉ ਸਭ ਲਾਗੀ, ਕਿਆ ਦਾਰਾ ਕਿਆ ਧੀਆਂ ਪੁੱਤਰ। ਕਿਹਦੇ ਨਾਲ ਜੁੜੇ? ਮਾਤਾ ਪਿਤਾ ਕਿਹਦੇ ਨਾਲ ਜੁੜੇ? ਇੱਕ ਸੁੱਖ ਦੇ ਨਾਲ ਅਸੀਂ ਬੰਨੇ ਹੋਏ ਇੱਕ ਦੂਸਰੇ ਦੇ ਨਾਲ। ਸਤਿਗੁਰੂ ਜੀ ਕਹਿੰਦੇ ਨੇ ਸੰਸਾਰ ਦੀ ਜ਼ਿੰਦਗੀ ਕਿਵੇਂ? ਮੇਰੋ ਮੇਰੋ ਸਭੈ ਕਹਤਾ ਹੈ, ਹਿਤ ਸੋ ਬਾਂਧਿਓ ਜੀਤ, ਕਰ ਮੇਰਾ ਹੈ। ਧੀਆਂ ਪੁੱਤਰ ਮੇਰੇ, ਇਹ ਗੱਡੀ ਮੇਰੀ ਹੈ, ਇਹ ਬੰਗਲੋ ਮੇਰਾ ਹੈ, ਇਹ ਪ੍ਰਾਪਰਟੀ ਮੇਰੀ ਹੈ। ਇਨਸਾਨ ਕਹਿੰਦੇ ਤੇ ਗੁਰੂ ਸਾਹਿਬ ਕੀ ਕਹਿੰਦੇ ਨੇ? ਮੇਰੋ ਮੇਰੋ ਸਭਾ ਕਹਤਾ ਹੈ, ਹਿਤ ਸੋ ਹਿਤ, ਪ੍ਰੇਮ ਦੇ ਨਾਲ ਕਹਿ ਰਹੇ ਸਭ ਕੁਝ ਮੇਰਾ। ਬਾਂਧਿਓ ਜੀਤ, ਜਿਹੜਾ ਚਿੱਤ ਉਹਦਾ ਬੰਨਿਆ ਹੋਇਆ ਕਿਹਦੇ ਨਾਲ? ਪ੍ਰੇਮ ਦੇ ਨਾਲ, ਦੁਨਿਆਵੀ ਪ੍ਰੇਮ ਦੇ ਨਾਲ। ਜਿਸ ਦਿਨ ਪ੍ਰਭੂ ਪਰਮਾਤਮਾ ਦਾ ਪ੍ਰੇਮ ਜਾਗ ਪਿਆ ਨਾ, ਯਾਦ ਰੱਖਿਆ ਜੀ, ਉਸ ਦਿਨ ਇਨਸਾਨ ਦੁਨੀਆ ਦੀ ਮਾਇਆ ਮੋਹ ਤੋਂ ਟੁੱਟ ਜਾਂਦਾ ਹੈ
ਤੇ ਜਿਸ ਦਿਨ ਪਰਮਾਤਮਾ ਦੇ ਪ੍ਰੇਮ ਪਿਆਰ ਨਾਲ ਟੁੱਟ ਜਾਂਦਾ ਹੈ ਤੇ ਸੰਸਾਰ ਦੇ ਸੁੱਖਾਂ ਨਾਲ ਜੁੜ ਜਾਂਦਾ ਹੈ। ਤੇ ਜੇਕਰ ਪਰਮਾਤਮਾ ਦੇ ਪ੍ਰੇਮ ਦੇ ਨਾਲ ਜੁੜਿਆ ਹੋਇਆ ਹੈ, ਉਹਦਾ ਲੋਕ ਵੀ ਉਹਦਾ ਸੁਖੀ ਹੈ ਤੇ ਪਰਲੋਕ ਵੀ ਸੁਹੇਲਾ ਹੋ ਜਾਂਦਾ ਹੈ। ਜੇਕਰ ਕੇਵਲ ਦੁਨੀਆ ਦੇ ਧਨ ਦੌਲਤ ਦੇ ਸੁੱਖ ਨਾਲ ਜੁੜਿਆ ਹੈ, ਯਾਦ ਰੱਖਿਆ ਜੀ ਉਹਦਾ ਪਰਲੋਕ ਖਤਮ ਹੋ ਜਾਂਦਾ ਹੈ। ਲੋਕਾਂ ਦੇ ਪੰਜ ਭਲਾਂ ਦੀ ਜਿਤਨੀ ਮਰਜ਼ੀ ਜੈ ਜੈਕਾਰ ਹੋਵੇ, ਲੋਕ ਉਹਨੂੰ ਜਿੰਨਾ ਮਰਜ਼ੀ ਚੰਗਾ ਕਹਿਣ, ਪਰ ਸਤਿਗੁਰੂ ਜੀ ਕਹਿੰਦੇ ਜੇਕਰ ਨਾਮ ਇੱਕ ਕਿਣਕਾ ਵੀ ਹਿਰਦੇ ਦੇ ਅੰਦਰ ਨਹੀਂ, ਕਿਤੇ ਸਭ ਕੁਝ ਝੂਠੀ ਹੈ। ਅਵਰ ਕਾਜ ਤੇਰੀ ਕਿਤੇ ਨਾ ਕਾਮ, ਜਿੰਨੇ ਮਰਜ਼ੀ ਕੰਮ ਕਰੀ ਜਾਈਏ ਕਿਸੇ ਕੰਮ ਦਾ ਹੀ ਨਹੀਂ। ਗੁਰੂ ਸਾਹਿਬ ਨੇ ਕਹਿ ਦਿੱਤਾ। ਹੁਣ ਸਤਿਗੁਰੂ ਜੀ ਕਹਿੰਦੇ ਨੇ ਮੇਰੋ ਮੇਰੋ ਸਾਰੇ ਅਸੀਂ ਮੇਰੀ ਮੇਰੀ ਕਰਦੇ ਹਾਂ, ਮੇਰੀ ਮੇਰੀ ਕਰਦੇ ਜਨਮ ਗਏ। ਗੁਰੂ ਸਾਹਿਬ ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪਨਾ ਕੀਓ, 30 ਬਰਸ ਕਛ ਦੇਵਨ ਪੂਜਾ, ਫਿਰ ਪਛਤਾਨਾ ਬਿਰਧ ਪਇਓ। ਬਿਰਧ ਮੇਰੀ ਮੇਰੀ ਕਰਦੇ ਜ਼ਿੰਦਗੀ ਨਿਕਲ ਜਾਂਦੀ ਹੈ। ਹੁਣ ਸਤਿਗੁਰੂ ਜੀ ਕਹਿੰਦੇ ਅੰਤ ਕਾਲ ਸੰਗੀ ਨੇ, ਮੈਂ ਕਿਹਾ ਘਰ ਮੇਰਾ, ਮੈਂ ਕਿਹਾ ਇਹ ਗੱਡੀ ਮੇਰੀ, ਧੀਆਂ ਪੁੱਤਰ ਮੇਰੇ ਨੇ, ਇਹ ਧਨ ਦੌਲਤ ਮੇਰੀ ਹੈ। ਅਸੀਂ ਸਾਰੇ ਕਹਿੰਦੇ ਹਾਂ, ਸਾਰੇ ਕਹਿੰਦੇ ਹਾਂ, ਪਰ ਗੁਰੂ ਸਾਹਿਬ ਨੇ ਇੱਥੇ ਕਹਿ ਦਿੱਤਾ ਇੱਕ ਛਿਨ ਕਹਿੰਦੇ ਇੱਕ ਪਲ ਤੇ ਇੱਕ ਛਿਨ ਦਾ ਮੀਨਿੰਗ ਹੈ। ਅੱਖਾਂ ਅਸੀਂ ਬੰਦ ਕਰਕੇ ਖੋਲ ਲਈਏ ਨਾ, ਇਹਨੂੰ ਕਹਿੰਦੇ ਇੱਕ ਛਿਨ, ਇੱਕ ਪਲ ਵੀ ਇਹਦਾ ਇੱਕ ਹੀ ਮੀਨਿੰਗ ਹੈ। ਗੁਰੂ ਸਾਹਿਬ ਦੇ ਵਿੱਚ ਛਿਨ ਮਾਤਰ ਵੀ ਆਉਂਦਾ ਤੇ ਪਲ ਮਾਤਰ ਵੀ ਆਉਂਦਾ, ਇਹ ਦੋਨਾਂ ਦੇ ਅਰਥ ਹੀ ਕਹਿੰਦੇ। ਸਾਰੀ ਜ਼ਿੰਦਗੀ ਧਨ ਕਮਾਉਂਦਾ ਰਹੀ, ਦੁੱਖਾਂ ਤਕਲੀਫਾਂ ਨੂੰ ਚੱਲਦਾ ਰਹੀ, ਪਰ ਯਾਦ ਰੱਖੀ ਇੱਕ ਛਿਨ ਮਾਤਰ ਦੇ ਵਿੱਚ ਸਭ ਕੁਝ ਖਤਮ ਹੋ ਜਾਂਦਾ, ਇੱਕ ਪਲ ਮਾਤਰ ਦੇ ਵਿੱਚ ਸਾਰਾ ਕੁਝ ਖਤਮ। ਸਾਰਾ ਇਹ ਜ਼ਿੰਦਗੀ ਬਤੀ ਹੈ, ਜ਼ਿੰਦਗੀ ਬਤੀ। ਗੁਰੂ ਸਾਹਿਬ ਕਹਿੰਦੇ ਨੇ ਅੰਤ ਕਾਲ, ਜਿਨ੍ਹਾਂ ਨੂੰ ਮੈਂ ਕਹਿੰਦਾ ਸੀ ਮੇਰੋ ਮੇਰੋ ਮੇਰੇ, ਅੰਤ ਦੇ ਸਮੇਂ ਕਿਸੇ ਧਨ ਦੌਲਤ ਨੇ ਤੇਰਾ ਸਾਥ ਦੇਣਾ, ਕਿਸੇ ਦੋਸਤ ਨੇ ਤੇਰਾ ਸਾਥ ਦੇਣਾ, ਕਿਸੇ ਧੀਆਂ ਪੁੱਤਰ ਨੇ ਤੇਰਾ ਸਾਥ ਦੇਣਾ। ਯਾਦ ਰੱਖੀ ਕੋਈ ਵੀ ਨਹੀਂ। ਜਿਸ ਵਾਸਤੇ ਮੇਰੇ ਕੋਲ ਟਾਈਮ ਹੀ ਨਹੀਂ ਸੀਗਾ, ਉਸੇ ਪਰਮਾਤਮਾ ਦੇ ਨਾਮ ਬਹੁਤ ਘੱਟ ਟਾਈਮ। ਸਤਿਗੁਰੂ ਜੀ ਕਹਿੰਦੇ ਨੇ ਅੰਤ ਕਾਲ ਸੰਗੀ ਨਹੀਂ ਕੋ, ਤੇਰਾ ਸੰਗੀ ਕੋਈ ਨਹੀਂ ਪਰਮਾਤਮਾ ਦੇ ਨਾਮ ਤੋਂ ਬਿਨਾਂ। ਇਹ ਅਚਰਜ ਹੈ, ਇਹ ਅਚਰਜ ਰੀਤ ਹੈ ਕਹਿਣ ਤੋਂ ਬਾਅਦ। ਹੁਣ ਸਤਿਗੁਰੂ ਜੀ ਕਹਿੰਦੇ ਨੇ ਸ਼ਮਸ਼ਾਨ ਘਾਟ ਦੇ ਵਿੱਚ ਆਪਣੇ ਬੱਚਿਆਂ ਨੂੰ ਮੋਢਿਆਂ ਤੇ ਰੱਖ ਕੇ, ਆਪਣੀ ਮਾਂ ਨੂੰ ਲੈ ਕੇ ਗਏ, ਆਪਣੇ ਪਿਤਾ ਨੂੰ ਲੈ ਕੇ ਗਏ, ਆਪਣੇ ਬੱਚੇ ਵੀ ਨਾਲ ਗਏ। ਸਾਰੇ ਅਸੀਂ ਸੰਸਾਰ ਦੇ ਵਿੱਚ ਆਏ ਹਾਂ ਤੇ ਅੰਤਲੇ ਸਮੇਂ ਦੀ ਯਾਤਰਾ ਦੇ ਵਿੱਚ ਬੜੇ ਲੋਕਾਂ ਦੇ ਨਾਲ ਅਸੀਂ ਗਏ, ਜਿਹਦੇ ਵਿੱਚ ਸਾਡੇ ਭੈਣ ਭਰਾ ਮਾਤਾ ਪਿਤਾ ਵੀ ਹੋ ਸਕਦੇ ਆ। ਅੱਖਾਂ ਦੇਖਦੀਆਂ, ਕੰਨ ਸੁਣਦੇ, ਪੈਰ ਚੱਲ ਕੇ ਜਾਂਦੇ ਨੇ ਤੇ ਹੱਥ ਕਰਦੇ ਨੇ ਤੇ ਜੀਵਾ ਬੋਲਦੀ ਹੈ। ਅਸੀਂ ਬੋਲਦੇ ਸੁਣਦੇ ਨਾ, ਇਹ ਇਨਸਾਨ ਬੜਾ ਚੰਗਾ ਸੀ, ਮੌਤ ਆ ਗਈ, ਮੌਤ ਆ ਗਈ। ਤੇ ਗੁਰੂ ਸਾਹਿਬ ਕੀ ਕਹਿੰਦੇ ਨੇ, ਮਨ ਮੂਰਖ ਕਰਦਾ ਵੀ ਹੱਥੀਂ ਹੈ, ਦੇਖਦਾ ਵੀ ਹੱਥੀਂ ਹੈ, ਚੱਲ ਕੇ ਵੀ ਜਾਂਦਾ ਹੈ, ਕੰਨਾਂ ਦੇ ਨਾਲ ਸੁਣਦਾ ਵੀ, ਰਸਨਾ ਦੇ ਨਾਲ ਬੋਲਦਾ ਵੀ ਹੈ, ਪਰ ਫਿਰ ਵੀ ਸਮਝ ਨਹੀਂ ਪਈ ਕਿ ਇੱਕ ਦਿਨ ਮਰਨਾ ਹੀ। ਕਿਤਨੇ ਲੋਕਾਂ ਦੇ ਸੰਸਕਾਰ ਤੇ ਅਸੀਂ ਗਏ, ਦੇਖੇ, ਅੱਖਾਂ ਦੇ ਨਾਲ ਦੇਖੇ, ਆਪਣੇ ਵੀ ਦੇਖੇ। ਕਹਿੰਦੇ ਮਨ ਮੂਰਖ, ਇਹ ਮਨ ਕਿਤਨਾ ਕੁ ਮੂਰਖ ਹੈ। ਜੇ ਕੋਈ ਬਹੁਤਾ ਕਹਿ ਦੇਣਾ ਮੈਂ ਗਿਆਨਵਾਨ ਹੈ, ਬੜਾ ਗਿਆਨੀ ਪੁਰਸ਼ ਹੈ, ਬੜਾ ਵਿਦਿਆ ਪੜ੍ਹੀ ਹੋਈ ਹੈ, ਪਰ ਇਸ ਦਰ ਤੇ ਫੇਲ ਹੋ ਜਾਂਦਾ ਹੈ। ਕਹਿੰਦੇ ਮਨ ਮੂਰਖ, ਮਨ ਮੂਰਖ ਅਜ ਹੂ ਨੇ ਸਮਝਤ, ਸਮਝਦਾ ਹੀ ਕੁਛ ਨਹੀਂ। ਸਿੱਖਦੇ ਹਾਰਿਓ ਨਹੀਂ, ਜ਼ਿੰਦਗੀ ਦਾ ਇੱਕ ਇੱਕ ਪਲ ਰੋਜ਼ ਹਾਰਦਾ ਜਾ ਰਿਹਾ ਤੂੰ। ਬਾਣੀ ਕਹਿੰਦੀ ਹੈ ਨਾ ਸੋਲਾ ਸਾਹਿਬ ਦੀ, ਔਦ ਕੱਟੇ ਦਿਨ ਸਿਰੇ ਨਾਲ, ਦਿਨ ਤੇ ਰਾਤ ਚੱਲਦੇ ਨੇ, ਘੰਟੇ ਮਿੰਟ ਸੈਕਿੰਡ ਚੱਲਦੇ ਨੇ, ਇੱਥੋਂ ਤੱਕ ਕਿ ਅਸੀਂ ਜਨਮ ਦਿਨ ਵੀ ਆਪਦਾ ਬੜੀ ਖੁਸ਼ੀ ਖੁਸ਼ੀ ਕੇਕ ਕੱਟਦੇ, ਪਰ ਕਿਸੇ ਅਨੁਸਾਰ ਨੇ ਸੋਚਿਆ ਨਹੀਂ ਹੋਣਾ ਕਿ ਮੇਰੀ ਜ਼ਿੰਦਗੀ ਦੇ ਵਿੱਚ 1 ਸਾਲ ਕੱਟ ਗਏ।
कदी नहीं कोई सोचती। गुरु साहब कहते बच्चा पैदा होया, माँ कहती है मेरा पुत्र वड्डा हो रहा, दिनों दिन वड्डा हो रहा है। कहते मोर मोर कर अधक लाट तरत देखत ही जमराओ हसै। माँ मोर मोर का मतलब कि छोटे छोटे नां रख के बड़े प्यार के नाल लाड़ के नाल मेरा दुलारा बेटा वड्डा हो रहा। तो उत्थे कहते जमराज खड़ा है, जमराज का दूत खड़ा है, कहता भोली माए तैनू की पता, तेरा बच्चा वड्डा नहीं हो रहा, तेरा बड़ा बच्चा जिहड़ा है वो मौत के मूँह अली जा रहा है, दिनों दिन उम्र घट रही है। याद रखे जी वड्डा नहीं हो रहा, उम्र वो वध नहीं रही। असी भी जीव है। सतगुरु ने 3 अवस्था कही ने, नवें पातशाह ने बाल जवानी और बिरध फुन 3 अवस्था की है। बिरध अवस्था तो अगे तो मौत खड़ी है, मलकल मौत या आवसी सब दरवाजे बंद। हुण सतगुरु जी सानू समझाउणा करते हैं, मन मूर्ख, मन इतना क मूर्ख है समझदा ही नहीं। सिख दे हारियो नीत नानक पौजल पार परै जो गावे प्रभ के गीत। कहते ऐ इंसान मन मूर्ख है, पर हुण तरांगे किवें? सतगुरु जी ने सारे रस्ते बंद कर दिते, एक रस्ता उन्होंने खोल लिया अखीर दे विच जाके। फरीदा अमल जे कीते दुनिया विच दर गए आए कम, जिन्हें तिस गुरु की गल मन लई जीवन की यात्रा सफल हो गई। जिन्हें कुछ अणगौलियां कर दिता। याद रखना किसी का नाम जपण दे नाल किसी का कोई फायदा नहीं हो सकता। तो जे किसी ने नाम जपया नहीं माड़े कर्म करता है, किसी को घाटा नहीं पैना। किनू पैना? अपने आप को घाटा। इंसान नाम जपेगा, चंगे कर्म करता है, जीवन को चंगी तरह जिउणा करता है तो सुख मिलते जी, क्योंकि एक दिन जाना है। सतगुरु जी कहते नानक पौजल, कहते इस पौजल संसार तो किवें असीं पार लंघ सकते हैं। नानक पौजल पार परै जो गावे प्रभ के गीत। जिहड़े परमात्मा के नाम नूं जपदे ने, जिहड़े उहदे गीतां नूं गाउंदे ने, जिहड़ी उहदी बाणी नूं सुणदे ने, याद रखिया जी वही संसार तो पार लंघदे ने। दूजा सतगुरु जी कहते संसार दे विच बहुत घट जीव ने जिहड़े सच दे नाल जुड़े। सतगुरु जी कहते ये तन मिट्टी का, ये शरीर मिट्टी का है, ये मिट्टी का है। जीवन मिट्टी का पैदा कितों होया? मिट्टी दे विचों। हुण याद रखिया जी सतगुरु जी ने 9वें पातशाह ने भी कहा जग रचना सब झूठ है, जान ले हरे मीत। कह नानक थिर ना रहे ज्यों बालू की पीत। ये उर्दू का शब्द है, बालू की पीत। बालू कहते मिट्टी नूं ते पीत कहते कंध नूं। हुण सतगुरु जी कहते ने जिहड़ी कंध है वो बालू की बनाई, मिट्टी की बनाई है, कच्ची कंध। ते कच्ची कंध ते इतनी वड्डी बिल्डिंग नहीं खड़ी कर सकती। हुण कच्ची कंध हौली हौली खुरदी खुर जाएगी। सतगुरु जी कहते हैं बहुतियां किताबां पढ़ने की लोड़ नहीं। पहला एक कंध किहनूं क्या है? इस शरीर नूं क्या है? पहला शरीर बचपन के बनतर किस तरह की सी? आप जी ने देखे ना। असीं दूर ना जाइए, अपने शरीर वाल अपनी बॉडी की वाल झात मारीए कि ये बदलता किवें जा रहा, ये कंध बदलती किवें जा रही है। सतगुरु जी सानूं समझाउंदे ने, कहते ने पहला ये शरीर बचपन दे विच सी बाल, फिर कहते ने जवानी, बिरध फुन, फिर की आया? बिरध आ गया। सतगुरु जी कहते ऐ गुरसिखा 3 अवस्था तेरे ते आई। 3 अवस्था तो अगे जाके समझ लेना। मौत ते जवानी विच भी आ सकती है, बुढ़ेपे विच भी आ सकती है, ते बाल अवस्था विच भी आ सकती है। उस परमात्मा की रजा। पर असी जानते जे साडा जीवन चलता पिया सही तरीके दे नाल, कहते बुढ़ेपे तो अगे कोई अवस्था नहीं की है। अलकल मौत जान सी, मौत खड़ी है। सतगुरु जी सानू समझाउणा करते हैं ये बालू की पीत, एक कंध तेरी शरीर वारी दिनों दिन खुरदी जा रही है, क्योंकि मिट्टी दी है। किसी ने बड़ा सुंदर लिखा, शायर ने
ਪਰ ਉਹਨਾਂ ਨੇ ਫਰੀਦ ਜੀ ਨੂੰ ਸੰਬੋਧਨ ਕਰਕੇ ਲਿਖਿਆ ਹੈ, ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਨੇ। ਕਹਿੰਦੇ ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਖੁੱਲੀ ਹੈ ਕਿਹੜੀ? ਮੇਰੀ ਮਾਂ ਬਾਪ ਕਾਦੇ ਸਨ? ਮਿੱਟੀ ਦੇ ਸਨ। ਉੱਥੋਂ ਮੈਨੂੰ ਜਨਮ ਮਿਲਿਆ, ਸਰੀਰ ਮਿੱਟੀ ਦਾ ਮਿਲ ਗਿਆ। ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ। ਹੁਣ ਧਰਤੀ ਕਿਹੜੀ ਹੈ ਜਿੱਥੇ ਅਸੀਂ ਚੱਲਦੇ ਹਾਂ? ਇਹ ਜ਼ਮੀਨ ਕਾਦੀ? ਮਿੱਟੀ ਦੀ ਹੈ। ਇੱਥੇ ਮਕਾਨ ਕਾਦੇ ਬਣਦੇ ਨੇ? ਮਿੱਟੀ ਦੇ ਬਣਦੇ ਨੇ। ਯਾਦ ਰੱਖਣਾ, ਜਨਮ ਤੋਂ ਲੈ ਕੇ ਅਸੀਂ ਮਿੱਟੀ ਦੇ ਨਾਲ ਹੀ ਜਿਉਣਾ ਤੇ ਅਖੀਰ ਦੇ ਵਿੱਚ ਵੀ ਮਿੱਟੀ ਦੇ ਵਿੱਚ ਹੀ ਮਰਨਾ। ਕਹਿੰਦੇ ਵੇਖ ਫਰੀਦਾ ਮਿੱਟੀ ਖੁੱਲੀ, ਮਿੱਟੀ ਉੱਤੇ ਮਿੱਟੀ ਡੁੱਲੀ, ਮਿੱਟੀ ਹੱਸੇ ਮਿੱਟੀ ਰੋਵੇ। ਮਿੱਟੀ ਹੱਸਦੀ ਹੈ। ਬਹੁਤੀਆਂ ਸਾਡੇ ਕੋਲ ਖੁਸ਼ੀਆਂ ਹਨ, ਅਸੀਂ ਖੁਸ਼ੀਆਂ ਮਨਾਉਂਦੇ ਹਾਂ, ਪਾਰਟੀਆਂ ਕਰਦੇ, ਹੱਸਦੇ ਹਾਂ। ਕਹਿੰਦੇ ਮਿੱਟੀ ਹੱਸੇ ਮਿੱਟੀ ਰੋਵੇ। ਮਿੱਟੀ ਫਿਰ ਰੋਂਦੀ ਵੀ ਹੈ ਜਦੋਂ ਆਪਣਾ ਕੋਈ ਵਿਛੜ ਜਾਂਦਾ, ਜਦੋਂ ਇਸ ਦਾ ਮਾਹੌਲ ਬਣ ਜਾਂਦਾ। ਤੇ ਕਹਿੰਦੇ ਨੇ ਫਿਰ ਮਿੱਟੀ ਰੋਂਦੀ ਵੀ। ਅਸੀਂ ਰੋਂਦੇ ਵੀ ਆਪਣੇ ਪਿਆਰੇ ਨੂੰ, ਆਪਣੇ ਭੈਣ ਭਰਾਵਾਂ ਨੂੰ, ਆਪਣੇ ਮਾਤਾ ਪਿਤਾ ਨੂੰ ਰੋਂਦੇ। ਕਹਿੰਦੇ ਮਿੱਟੀ ਹੱਸੇ ਮਿੱਟੀ ਰੋਵੇ, ਅੰਤ ਮਿੱਟੀ ਦਾ ਮਿੱਟੀ ਹੋਵੇ। ਹੁਣ ਆਪ ਜੀ ਨੇ ਦੇਖਿਆ, ਸ਼ਮਸ਼ਾਨ ਭੂਮੀ ਦੇ ਵਿੱਚ ਇਤਨਾ ਵੱਡਾ ਸਰੀਰ ਲੈ ਕੇ ਜਾਂਦੇ ਆ ਤੇ ਕੀ ਬਣਦਾ? ਉੱਥੇ ਅਗਨ ਪੇਟਾ ਕਰਦੇ ਆ, ਮਿੱਟੀ ਬਣਦੀ। ਉੱਥੋਂ ਲੈ ਕੇ ਜਾਂਦੇ ਆ ਅਸੀਂ, ਫੁੱਲ ਚੁਗਦੇ ਹਾਂ, ਜਲ ਪ੍ਰਵਾਹ ਕਰਦੇ ਹਾਂ, ਕਿੱਥੇ ਪਾਉਂਦੇ ਆ? ਸਮੁੰਦਰ ਦੇ ਵਿੱਚ, ਪਾਣੀ ਦੇ ਵਿੱਚ ਪਾ ਦਿੰਦੇ ਆ, ਮਿੱਟੀ ਦੇ ਵਿੱਚ ਪਾ ਦਿੰਦੇ ਆ। ਕਿੱਥੇ ਜਾਂਦਾ? ਸਮੁੰਦਰ ਵੀ ਇੱਕ ਮਿੱਟੀ ਦਾ ਬਣਿਆ ਹੋਇਆ, ਉਹ ਮਿੱਟੀ ਦੇ ਵਿੱਚ ਖਤਮ ਹੋ ਗਿਆ, ਮਿਟ ਗਿਆ। ਕਹਿੰਦੇ ਨਾ ਕਰ ਬੰਦਿਆ ਮੇਰੀ ਮੇਰੀ, ਨਾ ਹੀ ਤੇਰੀ ਨਾ ਹੀ ਮੇਰੀ। ਇਹ ਇਨਸਾਨ ਸਾਰੀ ਜ਼ਿੰਦਗੀ ਕਰਦਾ ਰਹੇ, ਮੇਰੀ ਮੇਰੀ ਕਰਦਾ ਰਹੇ। ਕਹਿੰਦੇ ਨਾ ਇਹ ਤੇਰੀ ਨਾ ਇਹ ਮੇਰੀ। ਇਹ ਤਨ, ਇਹ ਸਰੀਰ, ਇਹ ਮਿੱਟੀ ਵੀ ਕਿਸੇ ਦੀ ਮੇਰੀ ਮੇਰੀ ਕਰਕੇ ਨਹੀਂ ਬਣੀ। ਤੇ ਜਿਸ ਤਨ ਦੌਲਤ ਨੂੰ, ਧੀਆਂ ਪੁੱਤਰ, ਰਿਸ਼ਤੇਦਾਰਾਂ, ਦੋਸਤਾਂ, ਮਿੱਤਰਾਂ ਨੂੰ, ਪ੍ਰਾਪਰਟੀ ਨੂੰ ਕਹਿੰਦਾ ਮੇਰੀ ਹੈ, ਤੇ ਯਾਦ ਰੱਖਣਾ ਨਹੀਂ। ਨਾ ਕਰ ਬੰਦਿਆ ਮੇਰੀ ਮੇਰੀ, ਨਾ ਇਹ ਤੇਰੀ ਨਾ ਇਹ ਮੇਰੀ। 4 ਦਿਨਾਂ ਦਾ ਮੇਲਾ ਦੁਨੀਆ, ਇਹ ਸੰਸਾਰ ਦੇ 4 ਦਿਨਾਂ ਦਾ। ਹੁਣ ਯਾਦ ਰੱਖਿਆ ਜੀ, ਸੰਸਾਰ ਹੈ ਕੋਈ 70 ਸਾਲ ਜਿਉਂ ਕੇ ਚਲਾ ਜਾਂਦਾ, ਕੋਈ 80 ਸਾਲ ਜਿਉਂ ਕੇ ਚਲਾ ਜਾਂਦਾ, ਕੋਈ 90 ਸਾਲ ਦੀ ਜ਼ਿੰਦਗੀ ਭੋਗ ਕੇ ਚਲਾ ਜਾਂਦਾ। ਮੰਨ ਲਓ ਸੰਸਾਰ ਦੇ ਵਿੱਚ ਆਏ ਹਾਂ ਅਸੀਂ, ਸਾਡੀ 70 ਸਾਲ ਦੀ ਉਮਰ ਹੈ। ਹੁਣ 70 ਸਾਲ ਨੂੰ ਅਸੀਂ ਪਲੱਸ ਕਰੀਏ। ਯਾਦ ਰੱਖਿਆ ਜੀ, ਇਨਸਾਨ ਹਰੇਕ ਚੀਜ਼ ਦਾ ਹਿਸਾਬ ਕਿਤਾਬ ਹੈ। ਅੱਜ ਇਤਨੇ ਪੈਸੇ ਹੋਏ, ਮਹੀਨੇ ਦੇ ਇਤਨੇ ਮੈਨੂੰ ਤਨਖਾਹ ਮਿਲੀ ਹੈ, ਮੇਰੇ ਘਰ ਦਾ ਖਰਚਾ ਇਤਨਾ ਹੈ। ਯਾਦ ਰੱਖਦਾ, ਬੜਾ ਕੁਝ ਲਿਖਦਾ, ਯਾਦ ਰੱਖਦਾ, ਪਰ ਆਪਣੀ ਉਮਰ ਦਾ ਔਸਤਨ, ਆਪਣੀ ਉਮਰ ਦਾ ਹਿਸਾਬ ਕਦੀ ਨਹੀਂ। ਮੰਨ ਲਓ ਸਾਡੀ ਉਮਰ 70 ਸਾਲ, 70 ਸਾਲ ਦੇ ਵਿੱਚੋਂ 35 ਸਾਲ ਅਸੀਂ ਕਿੱਥੇ ਗਵਾਤੇ? ਰਹਿਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ। ਗੁਰਬਾਣੀ ਕਹਿੰਦੀ ਹੈ ਹੀਰੇ ਜੈਸਾ ਜਨਮ ਹੈ, ਕੋਟੀ ਬਦਲੇ ਜਾਏ। ਰਹਿਣ ਗਵਾਈ, ਅੱਧੀ ਉਮਰ ਅਸੀਂ ਸੌਂ ਕੇ ਗੁਜ਼ਾਰ ਦਿੱਤੀ। 70 ਸਾਲ ਦੀ ਉਮਰ, 35 ਸਾਲ ਅਸੀਂ ਸੌਂ ਕੇ ਗੁਜ਼ਾਰ ਦਿੱਤੇ, ਕੁਝ ਵੀ ਪੱਲੇ ਨਹੀਂ। ਹੁਣ ਕੀ ਕਹਿੰਦੇ ਨੇ? 5 ਸਾਲ ਅਸੀਂ ਬਚਪਨ ਵਿੱਚ ਗੁਜ਼ਾਰ ਦਿੱਤੇ। ਨਾ ਉੱਥੇ ਧਰਮ ਦਾ ਪਤਾ ਹੈ, ਨਾ ਕਰਮ ਦਾ ਪਤਾ ਹੈ, ਨਾ ਪੁੰਨ ਦਾ, ਨਾ ਪਾਪ ਦਾ, ਨਾ ਸੱਚ ਦਾ, ਨਾ ਝੂਠ ਦਾ ਪਤਾ ਹੀ ਕੋਈ ਨਹੀਂ। ਬਾਲ ਅਵਸਥਾ ਵਿੱਚ ਕੋਈ ਪਤਾ ਨਹੀਂ ਬੱਚੇ। 5 ਸਾਲ ਨਿਕਲ ਗਏ, ਕਿਤਨੇ ਸਾਲ ਹੋ ਗਏ? 40 ਸਾਲ ਨਿਕਲ ਗਏ, 30 ਸਾਲ ਬੱਚੇ। 15 ਸਾਲ ਪੜ੍ਹਾਈ ਕੀਤੀ ਦੁਨੀਆ ਵਾਸਤੇ, ਆਪਣੇ ਪਰਿਵਾਰ ਵਾਸਤੇ, ਕੁਝ ਬਣਨ ਵਾਸਤੇ। 15 ਸਾਲ ਮੈਂ ਪੜ੍ਹਾਈ ਕੀਤੀ। कितने साल निकले? 55 साल निकल गए इस जिंदगी के। बच्चे कितने? 15 साल बच गए। 15 सालों की जिंदगी दे विच इंसान की करता है? ईरखा वकीली, झूठ, निंदिया, कोर्ट कचहरियां दे चक्कर, प्रॉपर्टी के रौले। 15 साल वो जिस परमात्मा ने जन्म दिता वो वास्ते कुछ भी नहीं कढ़िया।
ਕੁਝ ਵੀ ਨਹੀਂ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ, ਮਰਨਾ। ਇਨਸਾਨ ਨੇ ਇੱਕ ਚੀਜ਼ ਵਿਸਾਰੀ ਹੋਈ ਹੈ ਜ਼ਿੰਦਗੀ ਦੇ ਵਿੱਚੋਂ, ਉਹ ਹੈ ਮਰਨਾ। ਮੈਂ ਤੇ ਮਰਨਾ ਹੀ ਨਹੀਂ, ਮੌਤ ਦੇ ਦੂਜਿਆਂ ਵਾਸਤੇ। ਜਿਸ ਦਿਨ ਮੌਤ ਯਾਦ ਰਵੇਗੀ ਉਸ ਦਿਨ ਪਰਮਾਤਮਾ ਤੋਂ ਕਦੀ ਇਨਸਾਨ ਦੂਰ ਨਹੀਂ ਹੋਵੇਗਾ। ਆਪਾਂ ਛੋਟੀ ਜਿਹੀ ਵਿਚਾਰ ਕਰਕੇ ਸਮਾਪਤੀ ਕਰਾਂਗੇ। ਕਿਹਦੇ ਬਾਲਾ ਤੇ ਮਰਦਾਨਾ। ਗੁਰੂ ਨਾਨਕ ਸਾਹਿਬ ਪੁੱਛਣ ਲੱਗੇ ਉਹਨਾਂ ਨੂੰ ਸਵਾਲ, ਭਾਈ ਮਰਦਾਨਾ ਜੀ, ਭਾਈ ਬਾਲਾ ਜੀ, ਦੱਸਿਆ ਜੀ ਮੌਤ ਨੂੰ ਕਿਤਨਾ ਕੁ ਨਜ਼ਦੀਕ ਸਮਝਦੇ। ਹੁਣ ਅਸੀਂ ਆਪਣੇ ਆਪ ਅੰਦਰ ਵੀ ਝਾਤ ਮਾਰਨੀ ਹੈ, ਕੇਵਲ ਸੁਣਨਾ ਨਹੀਂ, ਕਿ ਅਸੀਂ ਮੌਤ ਨੂੰ ਕਿੰਨਾ ਕੁ ਨਜ਼ਦੀਕ ਸਮਝਦੇ। ਅਸੀਂ ਤੇ ਮੌਤ ਬਾਰੇ ਸੋਚਦੇ ਹੀ ਨਹੀਂ। ਇਹ ਤੇ ਸੋਚਣਾ ਮਾੜਾ ਹੈ, ਚੰਗਾ ਨਹੀਂ ਹੈ। ਅਸੀਂ ਇਹ ਗੱਲਾਂ ਕਰਦੇ ਹਾਂ। ਮੌਤ ਦੀ ਕੋਈ ਗੱਲ ਵੀ ਕਰਦੇ ਵੀ ਇਹ ਚੰਗੀ ਗੱਲ ਕਰ, ਮੌਤ ਦੀ ਗੱਲ ਨਾ ਕਰ। ਤੇ ਭਾਈ ਬਾਲਾ ਜੀ ਨੂੰ ਪੁੱਛਿਆ ਤੇ ਭਾਈ ਬਾਲਾ ਜੀ ਨੇ ਹੱਥ ਜੋੜੇ, ਪਾਤਸ਼ਾਹ ਅੱਜ ਰਾਤ ਸੋਚਿਆ, ਦੇਖਿਆ ਜੀ ਉਹ ਗੁਰਸਿੱਖ ਮੌਤ ਨੂੰ ਕਿਤਨਾ ਨਜ਼ਦੀਕ ਸਮਝਦੇ ਨੇ। ਐ ਮੇਰੇ ਸਤਿਗੁਰਾ, ਅੱਜ ਰਾਤ ਨੂੰ ਮੈਂ ਸੁੱਤਾ ਹਾਂ, ਸਵੇਰੇ ਪਤਾ ਨਹੀਂ ਉੱਠਣਾ ਕਿ ਨਹੀਂ। ਇਤਨੀ ਮੌਤ ਨੂੰ ਨਜ਼ਦੀਕ ਸਮਝਿਆ। ਭਾਈ ਮਰਦਾਨਾ ਜੀ ਕਹਿੰਦੇ, ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਕਹਿੰਦੇ ਬੜੀ ਦੂਰ ਬੈਠੇ ਹੋ, ਇੱਕ ਰਾਤ ਦੀ ਗੱਲ ਕੀਤੀ ਤੇ ਕਹਿੰਦੇ ਬੜੀ ਦੂਰ ਬੈਠੇ ਹੋ, ਕਮਾਲ ਦੀ ਗੱਲ। ਇੱਥੇ ਤੇ ਅਸੀਂ ਸੋਚਦੇ ਹਾਂ ਅਗਲੇ ਮਹੀਨੇ ਇਹ ਕਰਾਂਗੇ, ਅਗਲੇ ਸਾਲ ਮੈਂ ਇਹ ਕਰਾਂਗਾ, ਆਉਣ ਵਾਲੇ 5 ਸਾਲਾਂ ਦੀ ਪਲੈਨਿੰਗ ਹੁੰਦੀ ਹੈ, ਮੈਂ ਇਹ ਕਰਾਂਗਾ। ਸਤਿਗੁਰੂ ਜੀ ਕਹਿੰਦੇ ਬੜੀ ਦੂਰ ਬੈਠੇ ਹੋ। ਭਾਈ ਮਰਦਾਨਾ ਜੀ ਨੂੰ ਪੁੱਛਿਆ, ਸਤਿਗੁਰੂ ਇੱਕ ਘੜੀ ਤਕਰੀਬਨ 21 ਸਾਢੇ 21 ਮਿੰਟ ਦੀ ਇੱਕ ਘੜੀ ਕਹਿੰਦੇ ਇੱਕ ਘੜੀ ਜ਼ਿੰਦਗੀ ਰਹਿਣੀ ਕਿ ਨਹੀਂ ਪਤਾ ਹੀ ਕੋਈ ਨਹੀਂ। ਸਤਿਗੁਰੂ ਜੀ ਹੱਸ ਪਏ, ਕਹਿੰਦੇ ਬੜੀ ਤੁਸੀਂ ਤੇ ਦੋਵੇਂ ਬੜੀ ਦੂਰ ਬੈਠੇ। ਇੱਕ ਰਾਤ ਕਹਿ ਰਹੇ ਤੇ ਦੂਸਰਾ ਇੱਕ ਘੜੀ ਕਹਿ ਰਹੇ। ਦੋਨਾਂ ਨੇ ਹੱਥ ਜੋੜੇ, ਐ ਮੇਰੇ ਸਤਿਗੁਰਾ ਰਹਿਮਤ ਕਰ, ਸਾਨੂੰ ਦੱਸ ਦਿਓ ਕਿ ਮੌਤ ਸਾਡੇ ਕਿਤਨੀ ਨਜ਼ਦੀਕ ਹੈ। ਸਤਿਗੁਰੂ ਜੀ ਨੇ ਰਹਿਮਤ ਕੀਤੀ, ਬਖਸ਼ਿਸ਼ ਕੀਤੀ ਤੇ ਸ਼ਬਦ ਦੀ ਰਚਨਾ ਤੋਂ ਉਚਾਰਨ ਕੀਤਾ, ਹਮ ਆਦਮੀ ਹਾਂ ਇੱਕਦਮੀ। ਜੀਵਨ ਕਿਤਨੇ ਧਿਆਨ ਦਿਆ, ਇੱਕ ਰਾਤ ਦਾ ਨਹੀਂ, ਇੱਕ ਘੜੀ ਦਾ ਨਹੀਂ। ਕਹਿੰਦੇ ਹਮ ਆਦਮੀ ਹਾਂ ਇੱਕਦਮੀ, ਮੋਹਲਤ ਮੋਹਤ ਨਾ ਜਾਣਾ। ਸਤਿਗੁਰੂ ਜੀ ਕਹਿੰਦੇ ਨੇ ਅਸੀਂ ਆਦਮੀ ਆ ਇੱਕ ਦਮ ਦੇ। ਦਮ ਦਾ ਮਤਲਬ ਸਾਹ। ਇੱਕ ਸਾਹ ਆਇਆ ਤੇ ਇਹ ਸਰੀਰ ਹੈ, ਇਹ ਦੁਨੀਆ ਹੈ। ਇੱਕ ਸਵਾਸ ਰੁਕ ਗਿਆ, ਯਾਦ ਰੱਖਿਆ ਜੀ, ਇਸ ਸਰੀਰ ਦੇ ਵਿੱਚੋਂ ਤੇ ਇਹ ਮਿੱਟੀ ਦੀ ਢੇਰੀ ਬਣ ਜਾਂਦੀ ਹੈ, ਖਤਮ ਹੋ ਜਾਂਦਾ। ਤੇ ਸਤਿਗੁਰੂ ਜੀ ਸਾਨੂੰ ਸਮਝਾਉਣਾ ਕਰਦੇ ਨੇ, ਗੁਰਸਿੱਖਾ ਜੀਵਨ ਮਿਲਿਆ ਨਾ, ਜ਼ਿੰਦਗੀ ਮਿਲੀ ਹੈ ਨਾ, ਨਿਮਰਤਾ ਦੇ ਵਿੱਚ ਰਹਿ ਕੇ ਜੀਵਨ ਦੀ ਯਾਤਰਾ ਕਰੀ ਜਾ, ਦੁਨੀਆ ਦੇ ਵਿੱਚ ਭਲਾ ਕਰੀ, ਸੰਸਾਰ ਦੇ ਜੀਵਾਂ ਜੋ ਤੇਰੇ ਨਾਲ ਜਾਣਾ, ਜੋ ਨਾਮ ਜਪਣਾ, ਜੋ ਪਰਮਾਤਮਾ ਦਾ ਸਿਮਰਨਾ, ਇਹੀ ਕੁਝ ਤੇਰੇ ਚੰਗੇ ਕੀਤੇ ਹੋਏ ਕਰਮ ਨਾਲ ਜਾਣੇ ਨੇ, ਹੋਰ ਕੁਝ ਵੀ ਨਾਲ ਨਹੀਂ ਜਾਣੇ। ਜੇਕਰ ਦੁਨੀਆ ਨੂੰ ਦਿਖਾਵਾ ਕਰਦਾ ਨਾ, ਮੇਰੇ ਕੋਲ ਬਹੁਤ ਵੱਡੀ ਗੱਡੀ ਹੈ, ਸੋਹਣੇ ਕੱਪੜੇ ਪਾਏ ਨੇ, ਉਹਦੇ ਬਾਰੇ ਮੁਸਲਮਾਨ ਸ਼ਾਇਰ ਨੇ ਬੜਾ ਇੱਕ ਸੁੰਦਰ ਸ਼ਾਇਰ ਲਿਖਿਆ, ਕਹਿੰਦੇ ਬੰਦਿਆ ਰੋਜ਼ ਬਦਲਦਾ ਬਾਣੀ। ਬਾਣੀ ਕਹਿੰਦੇ ਨੇ ਇਹ ਕੱਪੜਿਆਂ ਨੂੰ ਰੋਜ਼ ਬਦਲਦੇ ਨੇ, ਤੇ ਅਸੀਂ ਲੋਕਾਂ ਨੂੰ ਦਿਖਾਉਣਾ ਵੀ ਚਾਹੁੰਦੇ ਹਾਂ ਕਿ ਮੈਂ ਅਮੀਰ ਹਾਂ, ਮੇਰੇ ਕੋਲ ਇਸ ਬ੍ਰਾਂਡ ਦੇ ਕੱਪੜੇ ਹੈ, ਇਹ ਬ੍ਰਾਂਡ ਦੇ ਮੈਂ ਕੱਪੜੇ ਪਹਿਨਣੇ। ਯਾਦ ਰੱਖਣਾ, ਜੋ ਮਹਿੰਗੇ ਬ੍ਰਾਂਡ, ਜੋ ਮਹਿੰਗੇ। ਕਹਿੰਦੇ ਬੰਦਿਆ ਰੋਜ਼ ਬਦਲਦੇ ਬਾਣੀ, ਤੇਰੇ ਨਾਲ ਨਹੀਂ ਜਾਣਾ, ਤੇਰੇ ਨਾਲ ਨਹੀਂ ਜਾਣਾ। ਲੋਕਾਂ ਪਾੜ ਪਾੜ ਕੇ ਲਾਣੇ, ਜੇ ਸਵਾਸ ਚਲੇ ਗਏ ਨਾ, ਇਹ ਸਰੀਰ ਮਿੱਟੀ ਦਾ ਬਣ ਗਿਆ। ਤੇ ਯਾਦ ਰੱਖੇ, ਮੁਰਦੇ ਦੇ ਜਿਹੜੇ ਕੱਪੜੇ ਪਾਏ ਹੁੰਦੇ ਨੇ ਉਹ ਲਾਏ ਨਹੀਂ ਜਾਂਦੇ, ਪਾੜੇ ਜਾਂਦੇ।
ਕਹਿੰਦੇ ਲੋਕਾਂ ਪਾੜ ਕੇ ਲਾਣੇ, ਵੇਖੀ ਆਪਣਿਆਂ ਨੇ ਆਖਰ ਤੈਨੂੰ ਸੀਗੇ ਵੀ ਨਹੀਂ ਪਾਣੇ। ਹੁਣ ਕਫਨ ਦੇ ਕਿਹੜਾ ਸਿਉਣ ਵੱਜੀ ਹੁੰਦੀ ਹੈ। ਜਦੋਂ ਅਸੀਂ ਟੇਲਰ ਕੋਲੇ ਜਾਂਦੇ ਨੇ, ਅਸੀਂ ਕਹਿੰਦੇ ਇੱਥੋਂ ਠੀਕ ਨਹੀਂ ਹੈ, ਇੱਥੋਂ ਚੰਗੀ ਤਰ੍ਹਾਂ ਕਰ, ਇੱਥੋਂ ਠੀਕ ਕਰ ਕਹਿੰਦੇ। ਪਰ ਕਹਿੰਦੇ ਇੱਕ ਐਸਾ ਸਮਾਂ ਆ ਜਾਂਦਾ ਹੈ, ਕਿਹੜਾ ਸਮਾਂ, ਜਿਹੜਾ ਕੱਪੜਾ ਤੈਨੂੰ ਜਾਣ ਲੱਗੇ ਨੂੰ ਪਨਾਉਂਦੇ ਨੇ ਤੇਰੇ ਆਪਣੇ, ਤੇ ਉਹਨਾਂ ਨੇ ਸਿਲਾਈ ਵੀ ਨਹੀਂ ਚੰਗੀ ਤਰ੍ਹਾਂ ਕੀਤੀ। ਕਹਿੰਦੇ ਇਹ ਹੈ ਜ਼ਿੰਦਗੀ, ਇਹ ਹੈ ਜੀਵਨ। ਯਾਦ ਰੱਖਿਆ ਜੀ, ਜਦੋਂ ਇਤਨੀ ਕੁ ਸਮਝ ਪੈ ਗਈ ਸੰਸਾਰ ਦੇ ਵਿੱਚ ਕਿ ਪਰਮਾਤਮਾ ਦੇ ਨਾਲ, ਪਰਮਾਤਮਾ ਦੀ ਬਾਣੀ ਦੇ ਨਾਲ ਅਸੀਂ ਜੁੜ ਜਾਂਦੇ ਹਾਂ, ਤੇ ਨਹੀਂ ਤੇ ਇਹ ਮੋਹ ਮਾਇਆ ਦਾ ਜਾਲ ਇਤਨਾ ਕੁ ਵਿਸ਼ਾਲ ਹੈ। ਭਾਈ ਗੁਰਦਾਸ ਜੀ ਲਿਖਦੇ ਨੇ, ਅੱਖੀਂ ਵੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਇਹ ਅੱਖਾਂ ਵੇਖ ਵੇਖ ਕੇ ਰੱਜਦੀਆਂ ਨਹੀਂ ਦੁਨੀਆ ਦੇ ਰੰਗ ਤਮਾਸ਼ੇ। ਜ਼ਿੰਦਗੀ ਐਸੀ ਹੈ, ਰੰਗ ਤੇ ਤਮਾਸ਼ੇ ਸਾਨੂੰ ਚੰਗੇ ਲੱਗਦੇ ਨੇ, ਬਾਣੀ ਦੇ ਨਾਲ ਮਨ ਜੁੜਨਾ ਬੜਾ ਔਖਾ। ਗੁਰੂ ਦੀ ਰਹਿਮਤ ਹੋਵੇ, ਗੁਰੂ ਦੀ ਬਖਸ਼ਿਸ਼ ਹੋ ਜਾਵੇ ਤੇ ਕੰਮ ਬਣਦੀ ਹੈ, ਨਹੀਂ ਤੇ ਨਹੀਂ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ, ਗੁਰਸਿੱਖਾ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਸਾਨੂੰ ਬਾਣੀ ਦਿੱਤੀ ਹੈ, ਇੱਕ ਗਿਆਨ ਦਾ ਭੰਡਾਰ ਦਿੱਤਾ ਹੈ। ਮੰਨਦੇ ਅਸੀਂ ਰੋਜ਼ ਗੁਰੂ ਸਾਹਿਬ ਨੂੰ ਮੰਨਦੇ ਹਾਂ, ਬੜਾ ਸਤਿਕਾਰ ਕਰਦੇ ਹਾਂ, ਮੱਥਾ ਵੀ ਟੇਕਦੇ ਹਾਂ, ਪਰ ਯਾਦ ਰੱਖਿਆ ਜੀ, ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਉਹਨੂੰ ਅਸੀਂ ਨਹੀਂ ਮੰਨਦੇ। ਇਹੀ ਸਾਡੀ ਤਰਾਸੀ ਹੈ। ਗੁਰੂ ਗ੍ਰੰਥ ਸਾਹਿਬ ਦਾ ਬੜਾ ਸਤਿਕਾਰ ਕਰਦੇ ਹਾਂ, ਮੰਨਦੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸੁਣਦੇ ਵੀ ਹਾਂ। ਸਤਿਗੁਰੂ ਜੀ ਨੇ ਬਾਣੀ ਲਿਖਿਆ, ਸੁਣੀ ਹੈ, ਮੰਨੀ ਹੈ, ਮਨ ਰੱਖੀਏ ਭਾਉ ਗੱਲ ਦੇ ਮੰਨਣ ਤੇ ਆ ਕੇ ਬਣੇਗੀ, ਨਹੀਂ ਤੇ ਨਹੀਂ ਬਣਦੀ। ਇਸ ਕਰਕੇ ਗੁਰੂ ਪਿਆਰਿਓ, ਸਤਿਗੁਰੂ ਜੀ ਸਾਨੂੰ ਬਾਣੀ ਦੀ ਵਿੱਚ ਸੋਝੀ ਦਿੰਦੇ ਨੇ। ਜਿਹੜੇ ਜਨਮ ਦੇਣ ਵਾਲੇ ਨੇ ਸਾਡੇ ਮਾਂ-ਬਾਪ, ਉਹ ਵੀ ਦੁਨੀਆ ਤੇ ਨਹੀਂ ਰਹੇ, ਘਰ ਦੇ ਵਿੱਚੋਂ ਗਿਆਨ ਪ੍ਰਾਪਤ ਹੁੰਦਾ ਹੈ। ਜ਼ਿੰਦਗੀ ਚੱਲਦੀ ਹੈ, ਵਾਰੀ ਅਨੁਸਾਰ ਸਾਰੇ ਚਲੇ ਜਾਂਦੇ ਨੇ, ਇੱਕ ਦਿਨ ਤੂੰ ਵੀ ਚਲਾ ਜਾਣਾ ਹੈ, ਕਿਉਂਕਿ ਜਗ ਰਚਨਾ ਸਭ ਝੂਠ ਹੈ, ਜਗਤ ਦੀ ਰਚਨਾ ਝੂਠੀ ਹੈ, ਪਰ ਝੂਠ ਨੇ ਕਿਤਨਾ ਕਿਤੇ ਟਿਕਣਾ ਹੁੰਦਾ ਹੈ। ਇਸ ਕਰਕੇ ਇਹ ਗੁਰੂ ਦਾ ਪਾਣਾ ਹੈ, ਗੁਰੂ ਦਾ ਪਾਣਾ ਹਰ ਮਨੁੱਖ ਨੂੰ ਮੰਨਣਾ ਪੈਂਦਾ ਹੈ। ਤੇ ਸਤਿਗੁਰੂ ਜੀ ਕਹਿੰਦੇ ਨੇ, ਮਲਕਲ ਮੌਤ ਜਾਵਸੀ ਸਭ ਦਰਵਾਜ਼ੇ ਬੰਨ। ਇਹ ਜਿਹੜੀ ਮੌਤ ਹੈ ਨਾ, ਮੱਲੋ ਮੱਲੀ ਘਰ ਦੇ ਵਿੱਚ ਪਹੁੰਚ ਜਾਂਦੀ ਹੈ। ਤੇ ਸਤਿਗੁਰੂ ਦੀ ਬਾਣੀ ਇਹ ਵੀ ਕਹਿੰਦੀ ਹੈ, ਵੇਖੋ ਬੰਦਾ ਚੱਲਿਆ ਚੌਂ ਜੜਿਆਂ ਦੇ ਕੰਨ, ਤਿਨਾ ਪਿਆਰਿਆਂ ਭਾਈਆਂ ਅੱਗੇ ਦਿੱਤਾ ਬੰਨ। ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ। ਹੁਣ ਅਖੀਰ ਦੇ ਵਿੱਚ ਫਰੀਦੀ ਜੀ ਨੇ ਕਹਿ ਦਿੱਤੀ, ਕਹਿੰਦੇ ਦੁਨੀਆ ਦੇ ਵਿੱਚ ਰਹਿ ਕੇ ਜੇਕਰ ਅਮਲ ਦਾ ਮਤਲਬ ਗੁਰੂ ਤੈਨੂੰ ਸਮਝਾਉਂਦਾ ਹੈ, ਗੁਰੂ ਤੈਨੂੰ ਦੱਸਦਾ ਹੈ। ਹੁਣ ਸੋਚਣਾ ਤੇ ਮੈਂ ਨਾ ਮੰਨਣਾ ਨਾ ਮੰਨਣਾ ਮੇਰੀ ਮਰਜ਼ੀ ਹੈ। ਸਾਡਾ ਕੋਈ ਬਜ਼ੁਰਗ ਸਾਨੂੰ ਸਹੀ ਸਿੱਖਿਆ ਦਿੰਦਾ ਹੈ, ਜੇਕਰ ਅਸੀਂ ਉਹਦੀ ਕੋਈ ਗੱਲ ਮੰਨ ਲੈਂਦੇ ਹਾਂ, ਆਪਣੇ ਮਾਤਾ ਪਿਤਾ ਦੀ ਗੱਲ ਮੰਨ ਲੈਂਦੇ ਹਾਂ, ਉਹਨਾਂ ਨੂੰ ਤਜਰਬਾ ਹੈ ਜ਼ਿੰਦਗੀ ਦਾ, ਤੇ ਕਿਸੇ ਮੰਜ਼ਿਲ ਤੇ ਪਹੁੰਚ ਜਾਂਦੇ। ਜੇਕਰ ਉਹਨਾਂ ਦੀ ਗੱਲ ਨਹੀਂ ਸੁਣਦੇ ਨਾ, ਕਿ ਅਸੀਂ ਜ਼ਿੰਦਗੀ ਦੇ ਵਿੱਚ ਧੋਖਾ ਵੀ ਖਾਂਦੇ ਹਾਂ। ਇਸ ਤਰ੍ਹਾਂ ਹੀ ਸਾਡਾ ਗੁਰੂ ਹੈ, ਇੱਕ ਮਿੱਤਰ ਦੀ ਤਰ੍ਹਾਂ ਦੇਖ ਲਿਆ ਜੀ, ਇੱਕ ਪਿਤਾ ਦੀ ਤਰ੍ਹਾਂ ਦੇਖ ਲਿਆ ਜੀ, ਇੱਕ ਮਾਤਾ ਦੀ ਤਰ੍ਹਾਂ ਦੇਖ ਲਿਆ ਜੀ। ਸਤਿਗੁਰੂ ਜੀ ਕਹਿੰਦੇ, ਜਿਸ ਤਰ੍ਹਾਂ ਦੀ ਤੇਰੀ ਭਾਵਨਾ ਤੂੰ ਆ, ਤੇ ਗੁਰੂ ਦਾ ਕੰਮ ਹੈ ਸਮਝਾਉਣਾ, ਗਿਆਨ ਦੇਣਾ। ਗੁਰੂ ਦੇ ਸ਼ਬਦ ਵੀ ਆਪ ਜੀ ਨੂੰ ਗੱਗੇ ਤੇ ਰਾਰੇ ਦੇ ਮੀਨਿੰਗ ਹੋਣੀ। ਗੁਰੂ ਦੁਨੀਆ ਦਾ ਵੀ ਹੈ, ਕਿਉਂਕਿ ਗੁਰਦੇਵ ਮਾਤਾ ਗੁਰੂ ਨੇ ਕਿਹਾ, ਆਪਾਂ ਪੜ੍ਹੀਏ ਕਿ ਬਾਣੀ, ਗੁਰਦੇਵ ਪਿਤਾ ਗੁਰੂ ਹੈ, ਗੁਰਦੇਵ ਸੁਆਮੀ ਟੀਚਰ ਵੀ ਗੁਰੂ ਹੈ। ਵਿਦਵਾਨਾਂ ਨੇ ਅਰਥ ਕੀਤੇ ਨੇ ਗੱਗੇ ਤੇ ਰਾਰੇ ਦੇ। ਗੱਗਾ ਜਿਹੜਾ ਗੁਰੂ ਹੈ, ਯਾਦ ਰੱਖਿਆ ਜੀ, ਦੁਨਿਆਵੀ ਗੁਰੂ ਕੀ ਦੇ ਸਕਦਾ ਹੈ? ਦੁਨੀਆ ਦੀ ਸਿੱਖਿਆ ਦੇ ਸਕਦਾ, ਕਿਸੇ ਮੰਜ਼ਿਲ ਤੇ ਪਹੁੰਚਾ ਸਕਦਾ ਹੈ, ਡਾਕਟਰ ਬਣਾ ਸਕਦਾ ਹੈ, ਇੰਜੀਨੀਅਰ ਬਣਾ ਸਕਦਾ ਹੈ, ਵਕੀਲ ਬਣਾ ਸਕਦਾ ਹੈ। ਯਾਦ ਰੱਖਿਆ, ਦੁਨੀਆ ਦੀ ਵਿਦਿਆ। ਗੱਗਾ ਜਿਹੜਾ ਪਰ ਰੂਹ ਤੱਕ ਪ੍ਰਕਾਸ਼ ਨਹੀਂ ਕਰ ਸਕਦਾ। ਰਾਰੇ ਦਾ ਵੀ ਰਾਰਾ ਕਹਿੰਦੇ, ਰਾਰੇ ਦਾ ਮਤਲਬ ਕਿ ਰੂਹ ਤੱਕ ਪ੍ਰਕਾਸ਼ ਕੌਣ ਸਕਦਾ ਹੈ? ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਆਤਮਿਕ ਗੁਰੂ ਹੀ ਰੂਹ ਤੱਕ ਪ੍ਰਕਾਸ਼ ਕਰ ਸਕਦਾ ਹੈ। ਜਦੋਂ ਰੂਹ ਤੱਕ ਪ੍ਰਕਾਸ਼ ਹੁੰਦਾ, ਉੱਥੋਂ ਕੌਣ ਪੈਦਾ ਹੁੰਦੇ ਨੇ? ਦੁਨਿਆਵੀ ਵਿਦਿਆ ਪੜ੍ਹੀ ਡਾਕਟਰ ਪੈਦਾ ਹੋਇਆ, ਦੁਨਿਆਵੀ ਵਿਦਿਆ ਪੜ੍ਹੀ ਵਕੀਲ ਪੈਦਾ ਹੋਇਆ, ਦੁਨੀਆ ਦੇ ਲੋਕ ਇੱਕ ਡਿਗਰੀ ਲੈ ਕੇ ਘੁੰਮੇ। ਪਰ ਯਾਦ ਰੱਖਿਆ ਜੀ, ਰੂਹ ਤੱਕ ਪ੍ਰਕਾਸ਼ ਹੋਇਆ
ਤੇ ਕਬੀਰ ਪੈਦਾ ਹੋਇਆ, ਰੂਹ ਤੱਕ ਪ੍ਰਕਾਸ਼ ਹੋਇਆ। ਫਰੀਦ ਪੈਦਾ ਹੋਇਆ, ਰੂਹ ਤੱਕ ਪ੍ਰਕਾਸ਼ ਹੋਇਆ। ਤੇ ਕਹਿੰਦੇ ਰਵਿਦਾਸ ਪੈਦਾ ਹੋਇਆ, ਭਗਤ ਪੈਦਾ ਹੋਈ, ਗੁਰਸਿੱਖ ਪੈਦਾ ਹੁੰਦਾ ਹੈ, ਬ੍ਰਹਮ ਗਿਆਨੀ ਪੈਦਾ ਹੁੰਦਾ ਹੈ। ਸਤਿਗੁਰੂ ਜੀ ਬਾਣੀ ਸਮਝਾਉਂਦੇ ਕਹਿੰਦੇ ਰੂਹ ਤੱਕ ਜਦੋਂ ਪ੍ਰਕਾਸ਼ ਹੁੰਦਾ ਹੈ ਤੇ ਪਰਮਾਤਮਾ ਦੇ ਨਾਲ ਮਿਲਾਪ ਕਰਾਉਂਦਾ ਹੈ ਗੁਰੂ। ਤੇ ਦੁਨਿਆਵੀ ਗੁਰੂ ਜਿਹੜਾ ਦੁਨੀਆ ਦੀ ਵਿੱਦਿਆ ਪੜ੍ਹਾਉਂਦਾ ਹੈ, ਉਹ ਵੀ ਕਿਸੇ ਮੰਜ਼ਿਲ ਦੀ ਉਹਨੂੰ ਦੁਨੀਆ ਦੇ ਵਿੱਚ ਰਹਿਣਾ ਸਿਖਾਉਂਦਾ, ਕਿਸ ਤਰ੍ਹਾਂ ਜੀਵਨ ਚਾਹੀਦਾ। ਹੁਣ ਸਤਿਗੁਰੂ ਜੀ ਸਾਨੂੰ ਇਹ ਸਮਝਾਉਣਾ ਕਰਦੇ ਨੇ, ਗੁਰਸਿੱਖੋ ਰਹਿਮਤ ਕਰਨ ਸਤਿਗੁਰੂ ਜੀ। ਸੁਰਗਵਾਸੀ ਮਾਤਾ ਮਹਾਂਵੀਰ ਕੌਰ ਜੀ ਉਸ ਪ੍ਰਭੂ ਦੇ ਦਿੱਤੇ ਹੁਕਮ ਅਨੁਸਾਰ ਜੀਵਨ ਦੀ ਯਾਤਰਾ ਕੀਤੀ। ਉਸ ਪ੍ਰਭੂ ਦੇ ਹੁਕਮ ਅਨੁਸਾਰ ਆਪਾਂ ਪਹਿਲਾਂ ਸ਼ੁਰੂਆਤ ਵਿੱਚ ਪੜ੍ਹੇ ਸੀ ਸ਼ਬਦ, ਜਿਹਾ ਚੀਰੀ ਲਿਖਿਆ ਜਿਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸਦੇ ਉਠੀ ਜਾਏ। ਇਨਸਾਨ ਨੂੰ ਉਸ ਦੀ ਰਹਿਮਤ ਦੁਆਰਾ, ਉਸ ਦੀ ਬਖਸ਼ਿਸ਼ ਦੁਆਰਾ, ਉਹਦੇ ਹੁਕਮ ਅਨੁਸਾਰ ਜੀਵਨ ਮਿਲਦਾ। ਤੇ ਯਾਦ ਰੱਖਿਆ ਜੀ, ਉਹਦੇ ਹੁਕਮ ਅਨੁਸਾਰ ਇਸ ਸੰਸਾਰ ਤੋਂ ਇਨਸਾਨ ਚਲਾ ਜਾਂਦਾ। ਸਤਿਗੁਰੂ ਜੀ ਰਹਿਮਤ ਕਰਨ ਉਹ ਵਿਛੜੀ ਹੋਈ ਰੂਹ, ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨ ਪਉਜਲ ਪਿਆ, ਦੇਹੋ ਸੱਜਣ ਆਸੀਸੜੀਆਂ ਜੋ ਹੋਵੇ ਸਾਹਿਬ ਸਿਉ ਮੇਰ। ਰਹਿਮਤ ਕਰਨ ਪਉਜਲ ਸੰਸਾਰ ਤੋਂ ਕੱਢ ਕੇ ਸਾਡੀ ਅਰਦਾਸ ਉਸ ਦੇ ਦਰ ਤੱਕ ਪਹੁੰਚ ਜਾਵੇ ਕਿ ਉਸ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਦੇ। ਕਿਉਂਕਿ ਸਤਿਗੁਰੂ ਜੀ ਕਹਿੰਦੇ ਨੇ ਬਿਰਤੀ ਕਦੇ ਨਾ ਹੋ ਗਈ, ਜਨ ਕੀ ਅਰਦਾਸ। ਅਸੀਂ ਜਨ ਬਣ ਕੇ, ਸੰਗਤ ਰੂਪੀ ਬਣ ਕੇ ਜਦੋਂ ਅਰਦਾਸ ਕਰਦੇ ਹਾਂ ਨਾ, ਤੇ ਉਹਦੇ ਦਰ 'ਤੇ ਪ੍ਰਵਾਨ ਹੋ ਜਾਂਦੇ ਹਾਂ। ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ। ਪੜ੍ਹੀ ਸੁਣੀ ਗੁਰਬਾਣੀ ਉਸ ਵਿਛੜੀ ਹੋਈ ਰੂਹ ਨੂੰ ਪ੍ਰਾਪਤ ਹੋਵੇ। ਨਾਮ ਬਾਣੀ ਨਾਲ ਜੋੜ ਕੇ ਗੁਰਸਿੱਖੀ ਜੀ ਨੂੰ ਚੜ੍ਹਦੀਆਂ ਕਲਾ ਦੀ ਬਖਸ਼ਿਸ਼ ਕਰਨ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨ। ਹੁਣ ਆਪਣੇ ਪਾਸ ਸਰਦਾਰ ਮੱਖਣ ਸਿੰਘ ਜੀ ਚਾਹੁੰਦੇ ਅੰਕਲ ਜੀ ਜੋ ਬੜੇ ਪ੍ਰੇਮ ਪਿਆਰੇ ਨੇ, ਕਾਫੀ ਟਾਈਮ ਤੋਂ ਅਸੀਂ ਜਾਣਦੇ ਵੀ ਹਾਂ। ਤਕਰੀਬਨ 15 ਮਿੰਟ ਵਾਸਤੇ ਸੁਰਗਵਾਸੀ ਮਾਤਾ ਮਹਾਂਵੀਰ ਕੌਰ ਜੀ ਨੂੰ ਸ਼ਰਧਾ ਦੇ ਪ੍ਰਗਟਾ ਕਰਨਗੇ। ਆਓ ਉਹਨਾਂ ਤੋਂ ਕੁਝ ਵਿਚਾਰਾਂ ਆਪਾਂ ਸਰਵਣ ਕਰੀਏ। ਦਾਸ ਨੇ ਤਾਂ ਪਾਵਨ ਪਿੱਤਰ ਬਾਣੀ ਪੜ੍ਹਦੇ ਹਾਂ ਤੋਂ, ਸੇਵਾ ਨਿਭਾਉਂਦੇ ਹਾਂ ਤੋਂ, ਕੀਰਤਨ ਕਰਦੇ ਹਾਂ ਤੋਂ, ਸਤਿਗੁਰੂ ਜੀ ਦੀ ਇਲਾਹੀ ਬਾਣੀ ਦੀ ਵਿਚਾਰ ਕਰਦੇ ਹਾਂ ਤਾਂ ਅਨੇਕ ਤਰ੍ਹਾਂ ਦੀਆਂ ਭੁੱਲਾਂ ਹੋ ਜਾਂਦੀਆਂ ਹਨ। ਜੁਗੋ ਜੁਗ ਟਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਸੰਗਤ ਬਖਸ਼ਣ ਯੋਗ ਹੈ ਜੀ। ਭੁੱਲਾਂ ਚੁੱਕਾਂ ਦੀ ਦਿਓ ਮਾਫੀ, ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। परम सत्कारयोग सतगुरु सवारे गुरसिख साध संगत जीओ, वाहिगुरू जी का खालसा, वाहिगुरू जी की फतेह। स्वर्गवासी सत्कारयोग सरदारनी माता जी महावीर कौर जी, सुपत्नी प्रसिद्ध विद्वान पंथ रतन श्रीमान ज्ञानी त्रिलोचन सिंह जी साहब जी, एडिटर परदेसी खालसा सेवक ਅਤੇ ਮਲਾਇਆ ਸਮਾਚਾਰ ਪੰਜਾਬੀ ਅਖਬਾਰਾਂ ਵਾਲੇ ਮਾਤਾ ਜੀ ਮਹਾਂਵੀਰ ਕੌਰ ਦੇ ਸਰਬ ਪਰਿਵਾਰ, ਧੀਆਂ ਪੁੱਤਰਾਂ ਵੱਲੋਂ, ਰਿਸ਼ਤੇਦਾਰਾਂ ਵੱਲੋਂ ਮਾਤਾ ਜੀ ਦੀ ਆਤਮ ਕਲਿਆਣ ਹਿੱਤ ਰਖਾਏ ਸਹਿਜ ਪਾਠ ਦੇ ਭੋਗ ਸਮੇਂ ਸ਼ਰਧਾਂਜਲੀ ਦੇ ਕੁਝ ਸ਼ਬਦ ਪੇਸ਼ ਕਰਦੇ ਹਾਂ। ਥੋੜੀ ਮੈਨੂੰ ਕਿਸੇ ਪਾਸੇ ਲਾਈਟ ਖੋਲ ਦੋ ਜੀ ਕਿਸੇ ਹਾਂਜੀ। ਪਿਆਰੀ ਸਾਧ ਸੰਗਤ ਜੀ, ਮਾਤਾ ਜੀ ਪੂਰਨ ਗੁਰਸਿੱਖ ਪਿਤਾ ਦੀ ਸੁਪੁੱਤਰੀ ਸੀ।
ਅਤੇ ਸੰਜੀਵੀ ਜੀਵਨ ਉਹਨਾਂ ਨੇ ਬਤੀਤ ਕੀਤਾ। ਪੰਜਾਂ ਬਾਣੀਆਂ ਦੇ ਪਾਠੀ ਸਨ। ਦਾਸ ਨੇ ਕਿਉਂਕਿ ਗਿਆਨੀ ਤਰਲੋਚਨ ਸਿੰਘ ਜੀ ਦੀ ਸਰਪ੍ਰਸਤੀ ਹੇਠ 7-8 ਸਾਲ ਪਰਦੇਸੀ ਖਾਲਸਾ ਸੇਵਕ ਅਤੇ 7-8 ਸਾਲ ਹੀ ਮਲਾਇਆ ਸਮਾਚਾਰ ਪ੍ਰੈਸ ਵਿੱਚ ਅਖਬਾਰ ਦਾ ਕੰਮ ਕੀਤਾ ਅਤੇ 1984 ਵਿੱਚ ਜਦੋਂ ਬ੍ਰਿਕਫੀਲਡ ਵਿੱਚ ਪ੍ਰੈਸ ਨੂੰ ਕਿਸੇ ਦੁਸ਼ਟ ਨੇ ਜਾਣ ਬੁੱਝ ਕੇ ਅੱਗ ਲਾ ਦਿੱਤੀ, ਕਿਉਂਕਿ ਗਿਆਨੀ ਜੀ ਨਿਰਪੱਖ ਸਨ। ਨਿਰਪੱਖ, ਉਹ ਹਮੇਸ਼ਾ ਨਿਰਪੱਖ ਰਹੇ, ਸੱਚੇ ਸੁੱਚੇ ਰਹੇ। ਉਹਨਾਂ ਦਾ ਕਿਸੇ ਨਾਲ ਵਿਤਕਰਾ ਈਰਖਾ ਨਹੀਂ ਸੀ, ਪਰ ਕਿਸੇ ਨੇ ਪ੍ਰੈਸ ਮਲਾਇਆ ਸਮਾਚਾਰ ਨੂੰ ਅੱਗ ਲਾ ਕੇ ਸਾੜ ਦਿੱਤਾ। ਇਹ 84 ਦੀ ਗੱਲ ਹੈ। ਉਸ ਟਾਈਮ ਤੇ ਕੁਛ 1-2 ਹਿੰਦੂ ਪਰਿਵਾਰ ਵੀ ਲਾਗੇ ਰਹਿੰਦੇ ਸਨ। ਵੇਖਿਆ ਤੇ ਨਹੀਂ ਸੁਣਿਆ, ਉਹਨਾਂ ਨੇ ਕਿਸੇ ਟੈਂਬਲ ਨੂੰ ਆਖਿਆ ਕਿ ਇੱਕ ਡੱਬੀ ਵਿੱਚ ਤੇਲ ਪਾ ਕੇ ਅੱਗ ਲਾ ਦੇ। 3 ਮਹੀਨੇ ਗਿਆਨੀ ਜੀ ਉਹ ਪ੍ਰੈਸ ਵਿੱਚ ਬੈਠ ਕੇ ਬੜਾ ਸਮਾਂ ਔਖਾ ਕੱਢਿਆ। ਉਸ ਸਮੇਂ ਸਰਦਾਰ ਨੈਬ ਸਿੰਘ ਜੀ ਪ੍ਰਧਾਨ ਤਤ ਖਾਲਸਾ ਗੁਰਦੁਆਰਾ, ਉਹਨਾਂ ਨੇ ਗਿਆਨੀ ਜੀ ਨੂੰ ਆਖਿਆ, ਗਿਆਨੀ ਜੀ ਕਿਸੇ ਈਰਖਾਲੂ ਨੇ ਸਾਡੀ ਪੰਜਾਬੀਆਂ ਦੀ, ਸਿੱਖਾਂ ਦੀ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਇਸ ਆਵਾਜ਼ ਨੂੰ ਬੰਦ ਨਹੀਂ ਹੋਣ ਦੇਣਾ। ਹੁਣ ਤੁਹਾਨੂੰ ਇਹ ਦਫ਼ਤਰ ਤਤ ਖਾਲਸਾ ਲੈ ਕੇ ਜਾਣਾ ਪਵੇਗਾ। ਗਿਆਨੀ ਜੀ ਉਹਨਾਂ ਦੇ ਆਖੇ ਲੱਗ ਕੇ ਉੱਥੇ ਅਖਬਾਰ ਚਲਾ ਰਹੇ ਹਨ ਅਤੇ ਉਹਨਾਂ ਦੇ 1991 ਵਿੱਚ ਜਦੋਂ ਦੇਸ਼ ਗਏ, ਉੱਥੇ ਜਾ ਕੇ ਉਹਨਾਂ ਦੀ ਮ੍ਰਿਤੂ ਹੋ ਗਈ, ਸੁਰਗਵਾਸ ਹੋ ਗਏ। ਆਪਣੇ ਭਤੀਜੇ ਦੇ ਵਿਆਹ 'ਤੇ ਸ਼ਾਇਦ ਗਏ ਸਨ। ਉਸ ਤੋਂ ਮਗਰੋਂ ਸਰਦਾਰ ਹਰਜੀਤ ਸਿੰਘ ਪ੍ਰੈਸ ਦੇ ਪ੍ਰਬੰਧਕਾਂ ਨੇ ਤਤ ਖਾਲਸੇ ਵਿੱਚ ਬਹੁਤ ਸੋਹਣੇ ਪ੍ਰਬੰਧ ਦੇ ਨਾਲ ਹੁਣ ਤੱਕ 60 ਸਾਲ ਹੋ ਗਏ, 61 ਸਾਲ ਹੋ ਗਏ, 62 ਸਾਲ ਹੋ ਗਏ, ਇਹ ਪ੍ਰੈਸ ਲਗਾਤਾਰ ਚੱਲ ਰਹੀ ਹੈ। ਇਹ ਥੋੜ੍ਹਾ ਕੁ ਪਿਛਲਾ ਇਤਿਹਾਸ ਸੀ। ਅਤੇ ਮਾਤਾ ਜੀ ਬਾਰੇ ਹੁਣ ਕੁਝ ਸ਼ਬਦ ਗੁਰਬਾਣੀ ਵਿੱਚੋਂ ਆਪ ਜੀ ਦੇ ਪੇਸ਼ ਕਰਾਂਗਾ। ਆਪ ਸਿਆਣੇ ਹੋ, ਪਾਠ ਕਰਦੇ ਹੋ, ਪੰਜਾਬੀ ਵੀ ਪੜ੍ਹਦੇ ਹੋ, ਪੰਜਾਬੀ ਬੋਲਦੇ ਹੋ, ਪੰਜਾਬੀ ਸਮਝਦੇ ਹੋ। ਅਤੇ ਇੱਕ ਨਿੱਕੀ ਜੀ ਮੈਂ ਹੋਰ ਬੇਨਤੀ ਕਰ ਦੇਵਾਂ ਕਿ ਸਾਧ ਸੰਗਤ ਜੀ, ਸਾਨੂੰ ਬਹੁਤ ਘੱਟ ਮੌਕਾ ਮਿਲਦਾ ਹੈ ਆਪਸ ਵਿੱਚ ਮਿਲਣ ਦਾ ਅਤੇ ਪੰਜਾਬੀ ਬੋਲਣ ਦਾ। ਮੇਰੇ ਵੱਲੋਂ ਸੰਗਤਾਂ ਦੇ ਚਰਨਾਂ ਵਿੱਚ ਨਿਮਰਤਾ ਨਾਲ ਇਹ ਬੇਨਤੀ ਹੈ ਕਿ ਜਿੰਨਾ ਚਿਰ ਗੁਰਦੁਆਰੇ ਦੇ ਇਹਾਤੇ ਵਿੱਚ ਰਹੋ, ਆਪਸ ਵਿੱਚ ਪੰਜਾਬੀ ਵਿੱਚ ਗੱਲ ਕਰੋ। ਅਸੀਂ ਪੰਜਾਬੀ ਹਾਂ, ਸਾਡੇ ਮਾਤਾ ਪਿਤਾ ਪੰਜਾਬੀ, ਸਾਡੇ ਸਤਿਗੁਰੂ ਪੰਜਾਬੀ, ਸਾਡਾ ਗੁਰੂ ਗ੍ਰੰਥ ਸਾਹਿਬ ਪੰਜਾਬੀ, ਅਤੇ ਅਸੀਂ ਬੋਲਦੇ ਹੋਰ ਬੋਲੀਆਂ। ਪੰਜਾਬੀ ਇਹ ਨਹੀਂ ਕਿ ਪੰਜਾਬੀਆਂ ਦੇ ਘਰ ਜਨਮ ਹੋਇਆ ਤਾਂ ਪੰਜਾਬੀ ਬਣ ਗਏ, ਸਿੱਖ ਬਣ ਗਏ। ਉਹ ਸਿੱਖਣਾ ਪਵੇਗਾ। ਹਾਂਜੀ, ਇਹ ਬੇਨਤੀ ਆ। ਜਿਨ੍ਹਾਂ ਨੇ ਪ੍ਰਵਾਨ ਕੀਤੀ ਧੰਨਵਾਦ, ਜਿਨ੍ਹਾਂ ਨਹੀਂ ਪ੍ਰਵਾਨ ਕੀਤੀ ਉਹ ਪ੍ਰਵਾਨ ਕਰ ਲੈਣ, ਕਿਉਂਕਿ ਇਹ ਸਾਡੀ ਮਾਂ ਬੋਲੀ ਹੈ। ਮਲਾਇਆ ਸਮਾਚਾਰ ਮਾਂ ਬੋਲੀ, ਉਹਨੂੰ ਕੋਈ ਇਸ਼ਤਿਹਾਰ ਨਹੀਂ ਦੇ ਰਿਹਾ ਅਤੇ ਚੰਦੇ ਵੀ ਲੋਕੀ ਨਹੀਂ ਦਿੰਦੇ, ਪਰ ਫਿਰ ਵੀ ਗੁਰੂ ਘਰ ਦੇ ਜਿਨ੍ਹਾਂ ਦੇ ਗੁਰੂ ਦੀ ਕਿਰਪਾ ਹੈ, ਡਾਇਰੈਕਟਰ ਸਾਹਿਬ ਘੜੀ ਨਾਂ ਨਹੀਂ ਮੈਂ ਲੈਣਾ, ਉਹ ਸੇਵਾ ਕਰ ਰਹੇ ਨੇ ਅਤੇ ਕਰਦੇ ਰਹਿਣਗੇ। ਹਾਂਜੀ, ਗੁਰਬਾਣੀ ਕਹਿੰਦੀ ਹੈ, ਮਾਤ ਪਿਤਾ ਬੰਤਾ ਸੁਤ ਬੰਧਵ,
मात पिता बनता सुत बंधव इष्ट मीत अर भाई पूर्व जन्म के मिले संजोगी अंते को न सहाई। इसका बड़ा सीधा जिहा भाव यह है कि माता पिता इस्त्री बनता कहते इस्त्री नूं, माता पिता इस्त्री धीआं पुत्र रिश्तेदार धर्म धर्म सिख धर्म विच असीं आए हाँ। ये भी हुकुम विच मिलिया, कई तब्दीलियां कर लैंदे ने, बहुत गलतियां भारियां करते हैं। जिथे गुरु महाराज ने परमात्मा ने भेजा उत्थे रहो ते उन्होंने त्यागो। धर्म मित्र अते अंग साग भैन भरा भाई पूर्व जन्म के मिले संजोगी, पूर्व जन्म पिछले जन्म के संजोगा करके इस परिवार के जियां का आपस में मेल होया है। कोई पहली बारी नहीं है मिले। जेड़े जेड़े परिवार विच जिन्ने जिन्ने मैंबर हैं ये पहला भी किसी ना किसी रूप में आपस में मिले हुए हैं। गुरु महाराज कहते हैं अते धर्म में प्रवृत्ति नहीं करनी चाहिए। जिथे महाराज जिथे तू रखे उत्थे ही रहिए, हुक्म तेरे विच उठिए बईए। जे चाहे चुक चाढ़े आकाशी उतार लवे तां तू कहिए। अते गुरु घर से किसी को घाटा नहीं पाऊंगा। गुरु कहता भाई एक कदम मेरे अलावा तेरे अगले मैं 100 कदम तेन आगे लूँगा। हाँ जी महाराज कहते ने जो उपजिया असल में ज्ञानी जी ने सारिया गल्लां दस दियां। मैं तो एवं हुण वाधों दोहरी पाउण दिया वा। ज्ञानी सतनाम सिंह जी सत्कारयोग जिन्हां दा असीं बड़ा इन्हां दा निक प्राप्त किया है। गुरुद्वारा सिंधुल इन्हां ने बहुत बड़े विद्वान हैं। एवं ना समझो इन्हां पास बहुत गुण हैं। ग्रहण करो, आया करो, पूछा करो। हाँ जी जो उपजो सो बिनस है परो आज के काल। जो उपजिया है जो पैदा होया है उसने बिनस जाना है, खत्म हो जाना है। आज हम पढ़ के कबीर भगत कबीर जी कहते ने कबीर प्रभाते तारे खिसे त्यों ये खिसे शरीर। कबीर प्रभाते तारे खिसे त्यों ये खिसे शरीर। प्रभात कहते सवेर नूं सूरज चढ़न तो पहला। वो कहते हैं जिवें रात को तारे इत्थे नहीं दिसते, चांद बहुता वा लाइटां ज़्यादियां किते पंजाब के पिंड में जाके देखो करोड़ां तारे सितारे चमकते हैं। हाँ जी कबीर कहता जिवें प्रभाते तारे खिसक जाते हैं अलोप हो जाते, ये शरीर भी इस तरह अलोप हो जाता। जग रचना सब झूठ है जान लियो रे मीत। कह नानक थिर ना रहे यूं बालू की पीत। बालू की पीत रेत की कंध वो कितना चिर रहेगी। हाँ जी महाराज कहते ने गुरबाणी में आता शेख हयाती थिर ना कोई जग रहा। शेख हयाती गुरु महाराज के गुरु महाराज के नाल गुरु ने आप बहुत सारे भगतों को बिठाया होया नाल बराबर से बिठाया होया। शेख हयाती जग ना कोई थिर रहा जिस आसन हम बैठे किते बैस गया। मैं गल करता हुंदा वा गुरुद्वारा हाई स्ट्रीट की, क्योंकि ब्रिकफील्ड ज्ञानी जी जिथे रहते सन मैं भी उत्थे था अते सानू हाई स्ट्रीट लागे लगता सी। उत्थे पुलिस दे विच बड़े बड़े जवान 6'6" 6.5 फुट सरदार बंता सिंह बसियां वो 6 फुट 4 इंच से भरिया हुआ गुरुद्वारा। तो कित्थे रहे कोई नहीं रहा। हाँ जी शेख हयाती थिर ना कोई जग रहा जिस आसन हम बैठे किते बैस गए। जिते ही बैठे किन्ने बैठ के चल गए। रे नर ये साची जी धार सगल जगत है जैसे सुपना बिनसत लगन न बाहर। हे भाई हे नर इस गल नूं सच्ची करके अपने हिरदे विच वसा लै कि सगल जगत सगल सारा संसार सुपने वांग है। बिनसत खत्म होने लग्या पता नहीं लगता। उन्हें ज्ञानी जी दसन रहे जी कि हम आदमी हाँ एकदम ही सा आया बंदा तो नहीं आया तो गां गया। हाँ जी अगे महाराज कहते ने काया हंस क्या प्रीत है। काया जीव आत्मा अते शरीर यदि किहो जी प्रीत है। काया हंस क्या प्रीत है जे पया ही छड़ जाए।
ਬੰਦਾ ਕਿੰਨਾ ਕੁਛ ਕਰ ਕਰਕੇ ਸਰੀਰ ਨੂੰ ਪਾਲਦਾ ਅਤੇ ਜਦੋਂ ਉਹ ਨਿਕਲ ਜਾਂਦੀ ਆ ਉਹ ਉੱਥੇ ਰਹਿੰਦਾ, ਉਹ ਪਿਆ ਰਹਿੰਦਾ, ਉਹਨੂੰ ਕੋਈ ਨਹੀਂ ਪੁੱਛਦਾ। ਫਿਰ ਮਹਾਰਾਜ ਕਹਿੰਦੇ ਆ ਵੀ ਇਸ ਕਾਇਆ ਹੰਸ ਕਿਆ ਪ੍ਰੀਤ ਹੈ, ਜੇ ਪਿਆ ਹੀ ਛੱਡ ਜਾਏ, ਇਸ ਨੂੰ ਕੂੜ ਬੋਲ ਕੇ ਖਵਾ ਲਈਏ। ਬੜਾ ਝੂਠ ਬੋਲ ਕੇ ਸਰੀਰ ਪਾਲਦੇ ਆ, ਪਰਿਵਾਰ ਪਾਲਦੇ ਆ। ਸਾਧ ਸੰਗਤ ਜੀ, ਕਿਰਤ ਕਮਾਈ ਤੇ ਕੋਈ ਵਿਰਲਾ ਹੀ ਕਰਦਾ ਗੁਰੂ ਦਾ ਸਿੱਖ। ਹਾਂਜੀ, ਇੱਥੇ ਇੱਕ ਗੱਲ ਦੱਸਣੀ ਮੇਰੇ ਆ ਗਈ ਆ ਮਨ ਵਿੱਚ। ਗਿਆਨੀ ਤਰਲੋਚਨ ਸਿੰਘ ਜੀ ਤੇ ਇਸ ਗੱਲ ਨੂੰ ਮੇਰੇ ਖਿਆਲ 'ਚ ਘਰ ਦੇ ਵੀ ਨਹੀਂ ਜਾਣਦੇ ਹੋਣੇ, ਬਾਹਰਲਿਆਂ ਤੇ ਕੀ ਜਾਣਨਾ। ਗਿਆਨੀ ਜੀ ਅੰਮ੍ਰਿਤਧਾਰੀ ਸਿੰਘ ਸਨ, ਦੁਕਾਨਾਂ ਦਾ ਖਾਣਾ ਉੱਕਾ ਨਹੀਂ ਖਾਂਦੇ ਅਤੇ ਉਹ ਘਰੋਂ ਪ੍ਰਸ਼ਾਦਾ ਲਿਆਉਂਦੇ ਸਨ। ਇੱਕ ਮੈਨੇਜਰ, ਇੱਕ ਲੀਡਰ, ਇੱਕ ਐਡੀਟਰ, ਅਤੇ ਉਹ ਜਦੋਂ ਪ੍ਰਸ਼ਾਦਾ ਛਕਦੇ ਹੁੰਦੇ ਸਨ, ਉਹਨਾਂ ਨੇ ਰੋਟੀ ਹੱਥ 'ਚ ਫੜ ਲੈਣੀ, ਨਲਕੇ ਲਾਗੇ ਚਲ ਜਾਣਾ, ਖਲੋ ਕੇ ਰੋਟੀ ਖਾ ਕੇ ਤੇ ਚੂੜੀ ਦੇ ਨਾਲ ਪਾਣੀ ਪੀ ਲੈਣਾ। ਇਹ ਉਹਨਾਂ ਦਾ ਸਾਰੀ ਉਮਰ ਦਾ ਨੇਮ ਰਿਹਾ। ਤੇ ਅਸੀਂ ਤੇ ਕਦੀ ਉਹ ਸੁਸਤ ਨਹੀਂ ਸੀ ਹੋਏ, ਪੂਰਾ ਆਪਣਾ ਕੰਮ ਕਰਦੇ ਸਨ, ਪੂਰੀ ਡਿਊਟੀ ਦਿੰਦੇ ਸਨ, ਨਿਰਪੱਖ ਸਨ। ਕਈ ਵਾਰ ਅਖਬਾਰਾਂ ਛਪਾਉਣ ਨੂੰ ਲੋਕੀ ਵਿਤਕਰੇ ਵਾਲੀਆਂ ਗੱਲਾਂ ਲੈ ਆਉਂਦੀਆਂ ਸਨ ਅਤੇ ਉਹ ਕਹਿੰਦੇ ਹੁੰਦੇ ਸਨ, ਭਾਈ ਤੁਸੀਂ ਇਹੋ ਜਿਹਾ ਲਿਖਿਆ ਤੇ ਤੁਹਾਨੂੰ ਪਤਾ ਲੱਗ ਜਾਣਾ ਵੀ ਜਿਹਦੇ ਵਾਸਤੇ ਤੁਸੀਂ ਇਹੋ ਜਿਹਾ ਲਿਖਿਆ ਉਹ ਤੁਹਾਨੂੰ ਕਿਹੋ ਜਿਹਾ ਜਵਾਬ ਦਊਗਾ, ਇਸ ਕਰਕੇ ਇਹੋ ਜਿਹੀਆਂ ਗੱਲਾਂ ਹੀ ਨਹੀਂ ਛਪਦੀਆਂ। ਹਾਂਜੀ, ਸਾਰੀ ਉਮਰ ਗਿਆਨੀ ਜੀ ਨੇ ਘਰੋਂ ਪ੍ਰਸ਼ਾਦਾ ਲਿਆ ਕੇ ਖਾਧਾ ਅਤੇ ਖਾਧਾ ਵੀ ਕਿਸ ਤਰ੍ਹਾਂ, ਨਲਕੇ ਲਾਗੇ ਹੱਥ 'ਚ ਰੋਟੀ ਫੜ ਕੇ ਖਾ ਕੇ ਪਾਣੀ ਚੂੜੀ ਨਾ ਪੀ ਲੈਣਾ। ਕੋਈ ਹੈ ਇਹੋ ਜਿਹਾ? ਜੇ ਹੋਰ ਕਿਤੇ ਹੋਵੇ ਉਹ ਦੱਸ ਦਿਓ। ਸਾਨੂੰ ਦਫ਼ਤਰਾਂ 'ਚੋਂ 1 ਘੰਟਾ ਮਿਲੇ ਛੁੱਟੀ ਤੇ ਅਸੀਂ 2 ਘੰਟੇ ਕੱਟ ਕੇ ਆਉਂਦੇ ਹਾਂ। ਹਾਂਜੀ, ਮਹਾਰਾਜ ਕਹਿੰਦੇ ਨੇ ਇਹ ਸਰੀਰ ਨਦੀ ਕਿਨਾਰੇ ਰੁਖੜੇ ਵਾਂਗ ਹੈ, ਇਹ ਸਰੀਰ ਬੱਦਲ ਦੀ ਛਾਂ ਵਾਂਗ ਹੈ, ਇਹ ਸਰੀਰ ਧੂਏ ਦੇ ਪਹਾੜ ਵਾਂਗ ਹੈ, ਇਹ ਸਰੀਰ ਸੁਪਨੇ ਵਾਂਗ ਹੈ, ਇਹ ਸਰੀਰ ਰੇਤ ਦੀ ਕੰਧ ਵਾਂਗ ਹੈ, ਇਹ ਸਰੀਰ ਕੱਚੇ ਭਾਂਡੇ ਵਾਂਗ ਹੈ, ਇਹ ਸਰੀਰ ਪਾਣੀ ਦੇ ਬੁਲਬੁਲੇ ਵਾਂਗ ਹੈ, ਇਹ ਸਰੀਰ ਦੀ ਕੋਈ ਬੁਨਿਆਦ ਹੀ ਨਹੀਂ। ਸਾਧ ਸੰਗਤ ਜੀ, ਇੱਕ ਛੋਟੀ ਜੀ ਹੋਰ ਆਪ ਜਿਹੜੇ ਪ੍ਰਤੀ 2-4 ਸ਼ਬਦ ਰੱਖ ਕੇ ਫਿਰ ਸਮਾਪਤੀ ਕਰਦੇ ਹਾਂ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਨੰਦਪੁਰ ਸਾਹਿਬ ਵਿੱਚ ਸੁਸ਼ੋਭਿਤ ਹੋਏ ਬੈਠੇ ਸਿੰਘਾਸਣ 'ਤੇ ਸੁਭਾਇਮਾਨ ਸਨ ਅਤੇ ਸੰਗਤਾਂ ਆ ਕੇ ਮੱਥਾ ਟੇਕ ਕੇ ਇੱਥੇ ਉੱਥੇ ਬੈਠ ਰਹੀਆਂ ਸਨ। ਸੋ ਕੁਝ ਸੇਵਕਾਂ ਨੇ ਪੁੱਛਿਆ ਕਿ ਸਤਿਗੁਰੂ ਜੀ ਸਾਨੂੰ ਦੱਸੋ, ਸੰਸਾਰ ਵਿੱਚ, ਜਗਤ ਵਿੱਚ ਕਿਵੇਂ ਰਹਿਣਾ ਚਾਹੀਦਾ? ਤਾਂ ਸਤਿਗੁਰੂ ਜੀ ਨੇ ਆਖਿਆ, ਭਾਈ ਸਿੱਖੋ, ਇਸ ਸੰਸਾਰ ਨੂੰ ਤੁਸੀਂ ਇੱਕ ਸਰਾਂ ਸਮਝ ਲਓ। ਜਿਵੇਂ ਸਰਾਂ ਵਿੱਚ ਪਹਿਲੇ ਮੁਸਾਫਰ ਆ ਕੇ ਬੈਠੇ ਹੋਏ ਹਨ ਤੇ ਉਹਨਾਂ ਸਹਿਜ ਚਲ ਜਾਣਾ, ਅਸੀਂ ਉਹਨਾਂ ਵਿੱਚ ਆ ਕੇ ਰਲ ਕੇ ਬੈਠ ਜਾਣਾ ਅਤੇ ਸਹਿਜ ਸਾਰਿਆਂ ਨੇ ਚਲ ਜਾਣਾ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਹਉਮੈ ਹੰਕਾਰ ਤੋਂ ਉੱਪਰ ਉੱਠ ਕੇ ਪੰਥ ਦੀ ਸੇਵਾ ਕਰ ਲਓ। ਗੁਰੂ ਨਾਨਕ ਦੇ ਘਰ ਜਿਨ੍ਹਾਂ ਸਿੱਖਾਂ ਦਾ ਜਨਮ ਹੋਇਆ ਹੈ ਵਡਭਾਗੀ ਹਨ, ਪਰ ਉਹ ਸਿੱਖ ਹੀ ਬਣੇ ਰਹਿਣ, ਪੰਜਾਬੀ ਬੋਲਣ, ਗੁਰਬਾਣੀ ਦਾ ਪਾਠ ਕਰਨ, ਸਿੱਖਣ। ਤੁਹਾਡੇ ਪਾਸ ਪੰਥ ਦੇ ਪ੍ਰਸਿੱਧ ਵਿਦਵਾਨ ਯਾਨੀ ਸਤਨਾਮ ਜਗ ਜੀ ਇੱਥੇ ਹਨ। ਇਹਨਾਂ ਪਾਸੋਂ ਜਿੰਨਾ ਵੀ ਤੁਸੀਂ ਲਾਹ ਲੈ ਲਓ ਉਹਨਾਂ ਹੀ ਘੱਟ ਹੈ। ਇੰਨੇ ਕੁ ਸ਼ਬਦਾਂ ਦੇ ਨਾਲ ਮੈਂ ਸ਼ਰਧਾਂਜਲੀ ਭੇਟ ਕਰਦਾ ਹੋਇਆ ਮਾਤਾ ਜੀ ਨੂੰ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਬੜੇ ਸਾਡੇ ਸਤਿਕਾਰਯੋਗ ਤੇ ਵਿਦਵਾਨ, ਜੋ ਕਿ ਮਲਾਇਆ ਸਮਾਚਾਰ ਦੇ ਵਿੱਚ ਵੀ ਕਾਫੀ ਕਵਿਤਾਵਾਂ ਇਹਨਾਂ ਦੀ ਛਪਦੀਆਂ ਨੇ। ਸਰਦਾਰ ਮੱਖਣ ਸਿੰਘ ਜੀ ਚੋਣੇ
ਜੋ ਕਿ ਦਾਸ ਦੇ ਨਾਲ ਵੀ ਤਕਰੀਬਨ ਗੁਰਦੁਆਰਾ ਸਾਹਿਬ ਸੈਂਤਲ ਵਿਖੇ 8-9 ਸਾਲ ਸੇਵਾ ਕਰਦੇ ਰਹੇ ਨੇ। ਅੰਕਲ ਜੀ ਹੋਰੀ ਮੀਤ ਪ੍ਰਧਾਨ ਹੁੰਦੇ ਸਨ ਦਾਸ ਨੂੰ, ਤੇ ਗਰੰਤੀ ਸਿੰਘ ਦੀ ਡਿਊਟੀ ਕਰਨ ਦਾ ਸੁਭਾਗ ਪੈਦਾ ਹੋਇਆ। ਤੇ ਬੜੀਆਂ ਹੀ ਕਵਿਤਾਵਾਂ ਨੇ, ਕਾਫੀ ਇਹਨਾਂ ਦੀਆਂ ਕਿਤਾਬਾਂ ਬੁੱਕਾਂ ਵੀ ਛਪੀਆਂ ਹੋਈਆਂ ਨੇ, ਤੇ ਬੜੇ ਪਿਆਰ ਦੇ ਨਾਲ ਵਿਸਾਖੀ ਤੇ ਸਿੱਖੀ ਤੇ ਸਾਡੀ ਮਾਂ ਬੋਲੀ ਪੰਜਾਬੀ ਤੇ ਬੜੀਆਂ ਸੋਹਣੀਆਂ ਇਹਨਾਂ ਨੇ ਕਵਿਤਾਵਾਂ ਲਿਖੀਆਂ ਹੋਈਆਂ ਨੇ। ਸਤਿਗੁਰੂ ਜੀ ਰਹਿਮਤ ਕਰਨ, ਇਹਨਾਂ ਨੂੰ ਚੜ੍ਹਦੀ ਕਲਾ ਦੀ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਨਾਮ ਬਾਣੀ ਨਾਲ ਜੋੜ ਕੇ ਚਰਨਾਂ ਦੀ ਪ੍ਰੀਤ ਬਖਸ਼ੀ ਕਰਨ। ਹੁਣ ਇਸ ਟਾਈਮ ਸੁਰਗਵਾਸੀ ਮਾਤਾ ਮਹਾਂਵੀਰ ਕੌਰ ਜੀ, ਉਹਨਾਂ ਦੀ ਰੂਹ ਕਲਿਆਣ ਵਾਸਤੇ ਗੁਰਮੁਖ ਪਰਿਵਾਰ ਵੱਲੋਂ ਰੱਖੇ ਹੋਏ ਸਹਿਜ ਪਾਠ ਜੀ ਦਾ ਭੋਗ ਪਾਇਆ ਜਾਵੇਗਾ। ਆਓ ਗੁਰੂ ਪਿਆਰੀ ਸਾਧ ਸੰਗਤ, ਨੌਵੇਂ ਪਿਤਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਉਹਨਾਂ ਦੇ ਪਾਵਨ ਸ਼ਬਦਾਂ ਨੂੰ ਆਪਾਂ ਸਰਵਣ ਕਰੀਏ। ਭੁੱਲਾਂ ਚੁੱਕਿਆਂ ਦੇ ਦਿਓ ਮਾਫੀ ਬੁਲਾਓ। ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾਹ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਈ ਹੈ ਸਭਨਾ ਦਾ ਵੇਸਾਹ। ਇਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ ਮਹਲਾ ਨੌਵਾਂ। ਗੁਣ ਗੋਬਿੰਦ ਗਾਇਓ ਨਹੀਂ, ਜਨਮ ਅਕਾਰਤ ਕੀਨ। ਕਹੋ ਨਾਨਕ ਹਰਿ ਭਜ ਮਨਾ, ਜੇ ਵਿਦ ਜਲ ਕੋ ਮੀਨ। ਬਿਖਿਆਨ ਸਿਉ ਕਾਹੇ ਰਚਿਓ, ਨਿਮਕ ਨ ਹੋਏ ਉਦਾਸ। ਕਹੋ ਨਾਨਕ ਭਜ ਹਰਿ ਮਨਾ, ਪਰੈ ਨ ਜਮ ਕੀ ਪਾਸ। ਤਰਨਾ ਪਉ ਹੀ ਗਇਓ, ਲਿਓ ਜਰਾ ਤਨ ਜੀਤ। ਕਹੋ ਨਾਨਕ ਭਜ ਹਰਿ ਮਨਾ, ਔਦ ਜਾਤ ਹੈ ਪ੍ਰੀਤ। ਬਿਰਧ ਪਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉ ਨ ਭਜੈ ਭਗਵਾਨ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰ ਮਾਨ। ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ। ਪਤਤ ਉਦਾਰਨ ਭੈ ਹਰਨ, ਹਰਿ ਅਨਾਥ ਕੇ ਨਾਥ। ਕਹੋ ਨਾਨਕ ਤੇ ਜਾਨੀਐ, ਸਦਾ ਬਸਤ ਤੁਮ ਸਾਥ। ਤਨ ਤਨ ਜੇ ਤਉ ਕੋ ਦਿਓ, ਤਾ ਸਿਉ ਨਿਉ ਨ ਕੀਨ। ਕਹੋ ਨਾਨਕ ਨਰ ਬਾਵਰੇ, ਅਬ ਕਿਉ ਡੋਲਤ ਦੀਨ। ਤਨ ਤਨ ਸੰਪੈ ਸੁਖ ਦਿਓ, ਅਰਜੇ ਕੇ ਧਾਮ। ਕਹੋ ਨਾਨਕ ਸੁਨ ਰੇ ਮਨਾ, ਸਿਮਰਤ ਕਹੇ ਨ ਰਾਮ। ਸਭ ਸੁਖ ਦਾਤਾ ਰਾਮ ਹੈ, ਦੂਸਰ ਨਾਹਿ ਨ ਕੋਇ। ਕਹੋ ਨਾਨਕ ਸੁਨ ਰੇ ਮਨਾ, ਤੇ ਸਿਮਰਤ ਗਤ ਹੋਇ। ਜੇ ਸਿਮਰਤ ਗਤ ਪਾਈਐ, ਤੇ ਭਜ ਰੇ ਤੈ ਮੀਤ। ਕਹੋ ਨਾਨਕ ਸੁਨ ਰੇ ਮਨਾ, ਔਦ ਕਟਤ ਹੈ ਨੀਤ। ਪਾਂਚ ਤਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। जेते उपजो नानका लीन ताहे मैं मान। कट कट मैं हर जू बसै संतन कयो पुकार। कहो नानक ते भज मना पौ निद उतरै पार। सुख दुख जे पर सह नहीं लोभ मोह अभिमान। कहो नानक सुन रे मना
भगवान। उस्तत निंदया नाहि जे कंचन लो समान। कहो नानक सुन रे मना मुकुत ताए तै जान। हरख सोग जाके नहीं बैरी मीत समान। कहो नानक सुन रे मना मुकुत ताहे तै जान। पै काहू कहो देत नह पै मानत आन। कहो नानक सुन रे मना ज्ञानी ताहे बखान। जेह बिख्या सगली तजी लियो बेक बैराग। कहो नानक सुन रे मना तेह नर माथै भाग। जेह माया ममता तजी सब ते पयो उदास। कहो नानक सुन रे मना ते कट ब्रह्म निवास। जेह प्राणी हो मैं तजी करता राम पशान। कहो नानक बहु मुकुत नर एह मन साची मान। पै नासन दुर्मत हरन कल मैं हर को नाम। निस दिन जो नानक भजै सफल होए ते काम। जेह पागुन गोबिंद भजो करन सुनो हर नाम। कहो नानक सुन रे मना परै न जम कै ताम। जो प्राणी ममता तजै लोभ मोह अहंकार। कहो नानक आपन तरै औरन लेत उधार। जो सुपना अर देखना ऐसे जग को जान। इनमें कछ साचो नहीं नानक बिन भगवान। निस दिन माया कारणे प्राणी डोलत नीत। कोटन में नानक को नारायण जे जीत। जैसे जलते बुदबुदा उपजै बिन सैनीत। जग रचना तैसे रची कहो नानक सुन मीत। प्राणी कछु न चेतई मद माया कै अंध। कहो नानक बिन हर भजन परत ताए जम फंद। जो सुख को चाहे सदा सरन राम की लेह। कहो नानक सुन रे मना दुर्लभ मानक देह। माया कारण तावई मूरख लोग अजान। कहो नानक बिन हर भजन बिरता जन्म सिरान। जो प्राणी निस दिन भजै रूप राम ते जान। हर जन हर अंतर नहीं नानक साची मान। मन माया में फद रहो बिसरो गोबिंद नाम। कहो नानक बिन हर भजन जीवन कौने काम। प्राणी राम न चेतई मद माया कै अंध। कहो नानक हर भजन बिन परत ताए जम पंथ। सुख में बहु संगी भय दुख में संग न कोय। कहो नानक हर भज मना अंत सहाय होय। जन्म जन्म पर मत फिरियो मिट्यो न जम को त्रास। कहो नानक हर भज मना निरभय पावै वास। जतन बहुत मैं कर रहे हो
मिट्यो न मन को मान। दुर्मत स्यो नानक फतेहो, राख लेहो भगवान। बाल जवानी अर बिरद पुन, तीन अवस्था जान। कहो नानक हर भजन बिन, बिरथा सब ही मान। करुण हो तो सो ना कियो, पर्यो लोभ कै फंद। नानक समयो रम गयो, अब क्यों रोवत अंध। मन माया में रम रह्यो, निकसत नाहि मीत। नानक मूरत चित्र ज्यों, छाड़त नाहि बीत। नर चाहत कछ और की और पई। चितवत रयो ठगौर, नानक फांसी गल परी। जतन बहुत सुख के किए, दुख को कियो न कोय। कहो नानक सुन रे मना, हर पावे सो। जगत भिखारी फिरत है, सबको दाता राम। कहो नानक मन सिमरते, पूरन होवै काम। झूठे मान कहाँ करे, जग सुपने जो जान। इनमें कछ तेरो नहीं, नानक कहो बखान। गर्भ करत है देह को, बिन सैचिन में मीत। जे प्राणी हर जस कहो, नानक ते जग जीत। जे कट सिमरन राम को, सो नर मुक्ता जान। ते नर हर अंतर नहीं, नानक साची मान। एक भगत भगवान, जे प्राणी कै नाहे मन। जैसे सो कर स्वान, नानक मानो ताहे तन। स्वामी को गृह जो सदा, स्वान तजत नहीं नित। नानक ए विद हर भजो, एक मन होए एक चित। तीरथ परत अरदान कर, मन में तरै गुमान। नानक ने फल जात ते, जो कुंचर इशनान। सिर कंप्यो पग डगमगे, नैन जोत ते हीन। कहो नानक ए विद पाई, तहो न हर रस लीन। निज कर देखियो जगत में, को काहू को नाहे। नानक थिर हर भगत है, तेरा को मन माहे। जग रचना सब झूठ है, जान लिहो रे मीत। कह नानक थिर ना रहे, जो बालू की पीत। राम गयो रावण गयो, जाको बो परवार। कहो नानक थिर कछ नहीं, सुपने जो संसार। चिंता ताकी कीजिए, जो अनहोनी होए। एहो मार्ग संसार को, नानक थिर नहीं कोय। जो उपजो सो बिन सो है, परो आज कै काल। नानक हर गुण गाए ले, छाड़ सगल जंजाल। दोहरा बाल छुट क्यों बंधन परे, कछु न होत उपाय। कहो नानक अब ओट हर, गज जो हो सम। बल होवा बंधन छुटे, सब किछ होत उपाय। नानक सब किछ तुम्हारे हाथ में, तुम ही होत सहाय।
संग सखा सब तज गए, को न निभियो साथ। कहो नानक ए विपत में, एक एक रघुनाथ। नाम रहयो साधु रहयो, रहयो गुरु गोबिंद। कहो नानक ए जगत में, किन जपियो गुरमंत। राम नाम उर में गयो, जाकै सम नहीं कोय। जैसे मरत संकट मिटै, दर्श तुहारो होय। राम नाम उर में गयो, जाकै सम नहीं कोय। जैसे मरत संकट मिटै, दर्श तुहारो होय। मुदामणी महला पंजवा, थाल विच तिन वस्तु पइयो। सत संतोख विचारो, अमृत नाम ठाकुर का पयो। जिसका सबस आधार, जे को खावे जे को पुंचै। इसका होए उदार, एहे वस्त तजी न जाई। नित नित रख उर तारो, तम संसार चरण लग तरियै। सब नानक ब्रह्म पसारो। सलोक महला पंजवा, तेरा कीता जातो नाही। मैनो जोग की तोई, मैं निर्गुण यारे को गुण नाही। आपे तरस प्योई, तरस पया मैं रामत होई। सतगुर सजन मिले, नानक नाम मिलै ता जीवा। तन मन थीवै हरिया, तरस पया मैं रामत होई। सतगुर सजन मिले, नानक नाम मिलै ता जीवा। तन मन थीवै हरिया। एक ओंकार सतगुर प्रसाद। राग माला राग एक, संग पंच परंगन। संग अलापै आठु नंदन। प्रथम राग भैरव करई, पंच रागनी संग उचरही। प्रथम पैरवी बिलावली, पुन आकी गावे बंगली। पुन असली की पै बारी, पैरों की पांचों नारी। पंचम हरख दिसाख सुनावे, बंगालम मद माधव गावे। ललित बिलावल गावही अपनी अपनी बात। अष्टपुत्र भैरव के गावे गायन पात्र। तुतिया माल को सख्या लापै संग रागनी। पांचों थापै गौन करे, अरदेव गंधारी। गंधारी सेवती उचारी, तनाश्री ए पांचों गाय। माल राग को संग लाई, मारो मस्त अंग में वारा। प्रबल चंड कौशक उबारा, खौखट हो पौरानंद गाय। अष्टमाल को संग लाए, पुन आयो हिंडोल। पंच नार संग अष्ट सुत, उठै तान कलोल। गायन तार मिलावही, ते लंगी देव करी आए। बसंते संदूर सुहाई, सरस अहिरी लै पार जा। संग लाई पांचों वार जा, सुरमानंद पास कर आए। चंद्र बिंब मंगलन सुहाय, सरसबान हो आए विनोदा। गावे सरस बसंत कमोदा, अष्टपुत्र मह कहे सवारे। पुन आए दीपक के बारे, का छेली पट मंजरे। टोडी कही अलाप, कामोदे अगोजरे। संग दीपक के थाप, कालम का कुंतल हो रामा। कमल कुसुम चंपक के नाम, गौरा कन रख लियाना। अष्टपुत्र दीपक के जाना, सामल श्री राघवै गावै। पांचों संग बरंगन लावै, बैरारी करनाटी तरे। गवरी गावै आसावरी, ते पाछे सिंधवी अलापी। श्री राग सो पांचों तापी, सालु सारग सागरा और गुंड गंभीर। अष्टपुत्र श्री राग के गुंड कुंभ हमीर।
ਕਸ਼ਟਮ ਮੇਘ ਰਾਗਵੈ ਗਾਵੈ ਪਾਂਚੋ ਸੰਗ ਬਰੰਗਣ ਲਾਵੈ ਬੈ ਸੋਰਠ ਗੁਣ ਮਲਾਰੇ ਧੁਨੀ ਗੁਣ ਗਾਵੈ ਆਸਾ ਗੁਣ ਗੁਣੀ ਉੱਚੈ ਸੁਰ ਸੁਹਾ ਪੁਨ ਕੀਨੀ ਮੇਘ ਰਾਗ ਸੋ ਪਾਂਚੋ ਚੀਨੀ ਬੈ ਰਾਦਰ ਗਜਦਰ ਕੇਦਾਰਾ ਜਬਲੇ ਤਾਰੇ ਨਟ ਔਜਲ ਤਾਰਾ ਪੁਨ ਗਾਵੈ ਸ਼ੰਕਰ ਓ ਸਿਆਮਾ ਮੇਘ ਰਾਗ ਉਤਰਨ ਕੇ ਨਾਮਾ ਕਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ 18 10 20 ਕਸ਼ਟ ਰਾਗ ਉਨ ਗਾਏ ਸੰਗ ਰਾਗ ਨੀਤੀ ਸਭੈ ਪੁੱਤਰ ਰਾਗਨ ਕੇ 18 10 20 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਸਤ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਗ ਦਾਤਾ ਸੋਏ ਭਗਤ ਵਛਲ ਤਿਉ ਲੋਏ ਜਿਉ ਗੁਰ ਸ਼ਬਦ ਸਮਾਵੈ ਅਵਰ ਨਾ ਜਾਣੈ ਕੋਏ ਜਿਉ ਅਵਰੁ ਨਾ ਜਾਣੈ ਸ਼ਬਦ ਗੁਰ ਕੈ ਏਕ ਨਾਮ ਤੇ ਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵੈ ਆਇਆ ਹਕਾਰਾ ਚਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੁਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜਿਉ ਸਤਿਗੁਰ ਕਰੇ ਹਰ ਪੈ ਬੇਨਤੀ ਮੇਰੀ ਪੈਜ ਰੱਖੋ ਅਰਦਾਸ ਜਿਉ ਪੈਜ ਰੱਖੋ ਹਰ ਜਨੈ ਕੇਰੇ ਹਰ ਦੇਹੁ ਨਾਮ ਨਿਰੰਜਨੋ ਅੰਤਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤਿਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਉ ਹਰ ਧਾਰ ਕਿਰਪਾ ਸਤਿਗੁਰ ਮਿਲਾਇਆ ਧਨ ਧਨ ਕਹੈ ਸਾਬਾਸ ਜਿਉ ਮੇਰੇ ਸਿੱਖ ਸੁਣੋ ਪੁੱਤ ਭਾਈ ਹੋ ਮੇਰੇ ਹਰ ਪਾਣਾ ਆਓ ਮੈਂ ਪਾਸ ਜਿਉ ਹਰ ਪਾਣਾ ਗੁਰ ਪਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜਿਉ ਭਗਤ ਸਤਿਗੁਰ ਪੁਰਖ ਸੋਈ ਜਿਸ ਹਰ ਪ੍ਰਭ ਪਾਣਾ ਪਾਵੈ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵੈ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜਿਉ ਤੁਰ ਲਿਖਿਆ ਪਰਵਾਣਾ ਫਿਰੈ ਨਾਹੀ ਗੁਰ ਜਾਏ ਹਰ ਪ੍ਰਭ ਪਾਸ ਜਿਉ ਸਤਿਗੁਰ ਪਾਣੈ ਆਪਣੇ ਵਹਿ ਪਰਿਵਾਰ ਸਦਾਇਆ ਮੈਂ ਮਤ ਮੈਂ ਪਿਛੈ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ ਮਿਤ ਪੈਜੈ ਮਿਤ ਵਿਗਸੈ ਜਿਸ ਮਿਤ ਕੇ ਪੈਜ ਭਾਵੈ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤਿਗੁਰੂ ਪੈਨਾਵੈ ਸਤਿਗੁਰੂ ਪ੍ਰਤੱਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਧਪ ਪੁੱਤ ਭਾਈ ਰਾਮਦਾਸ ਪੈਰੀ ਪਾਇਆ ਅੰਤੈ ਸਤਿਗੁਰ ਬੋਲਿਆ ਮੈਂ ਪਿਛੈ ਕੀਰਤਨ ਕਰੋ ਨਿਰਵਾਣ ਜਿਉ ਕੇਸੋ ਗੋਪਾਲ ਪੰਡਤ ਸਦਹੁ ਕਹਿ ਹਰ ਹਰ ਕਥਾ ਪੜੈ ਪੁਰਾਣ ਜਿਉ ਹਰ ਕਥਾ ਪੜੀਐ ਹਰ ਨਾਮ ਸੁਣੀਐ ਵਿਵਾਨ ਹਰ ਰੰਗ ਗੁਰ ਭਾਵੈ ਪਿੰਡ ਪਤਲ ਕਿਰਿਆ ਦੇਵਾ ਫੁੱਲ ਹਰ ਸਰ ਪਾਵੈ ਹਰ ਪਾਇਆ ਸਤਿਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜਿਉ ਰਾਮਦਾਸ ਸੋਢੀ ਤਿਲਕ ਦਿਆ ਗੁਰ ਸ਼ਬਦ ਸਚ ਨਿਸਾਣ ਜਿਉ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਰਜਾਏ ਜਿਉ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਉ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪ ਰੱਖਿਆ ਕੋਈ ਕਰ ਵਕੀਲੇ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਰ ਗੁਰੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜਿਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਹਰ ਗੁਰੈ ਪਾਣਾ ਦੀ ਵਡਿਆਈ ਤੁਰ ਲਿਖਿਆ ਲੇਖ ਰਜਾਈ ਜਿਉ ਕਹੈ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ
ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਤਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੀ ਆਈਆਂ। ਸ਼ਬਦੋਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੁਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਸਾਰਣਾ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰੈ। ਕਰਤਾ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੈ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਹਰ ਸ਼ਾਂਤ ਸੁਖ ਮਨ ਆਇ ਵਸਿਆ। ਜਿਨ ਇੱਛਾ ਸਭ ਪੁਜਾਈ। ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੁ ਪਿਆਰੋ। ਸਾਚਾ ਨਾਮ ਮੇਰਾ ਵਾਜੇ ਪੰਚ ਸ਼ਬਦ ਤਿਤ ਕਾਰ ਸੁਭਾਗੈ। ਕਾਰ ਸੁਭਾਗੈ ਸ਼ਬਦ ਵਾਜੇ ਕਾਲਾ ਜਿਤ ਕਰਤਾਰਿ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ। ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜ। ਅਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ। ਦਿਵਸ ਰਾਤ ਤੋਏ ਦਾਈ ਦਾਇਆ ਖੇਲੇ ਸਗਲ। ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਅਦੂਰ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ। ਨਾਨਕ ਤੇ ਮੁਖ ਉਜਲੇ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਜੀਉ ਪਿੰਡ ਸਭ ਤੇਰੀ ਰਾਤ। ਤੁਮ ਮਾਤ ਪਿਤਾ ਹਮ ਤੁਮਰੀ ਕਿਰਪਾ ਤੇ ਸੁਖ ਗਏ। ਕੋਈ ਨ ਜਾਣੇ ਤੁਮਰਾ ਅੰਤ ਉਚੇਤੇ। ਸਗਲ ਸਮਗਰੀ ਤੁਮਰੇ ਸੂਤੇ ਧਾਰੀ। ਤੁਮ ਤੇ ਹੋਏ ਸੋ ਤੁਮਰੀ ਗਤ ਮੇਤੇ ਤੁਮਹੀ ਜਾਣੀ। ਨਾਨਕ ਦਾਸ। ਸ਼੍ਰੀ ਵਾਹਿਗੁਰੂ 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 ਸਾਹਿਬ ਜੀ। ਤੀਨੇ ਤਾਪ ਨਿਵਾਰਨ ਆਰਾਧ ਬੰਦਾ ਸੁਖਰਾਜ। ਤਾਂ ਕੋ ਬਿਗਨ ਨ ਕੋ ਲਾਗੇ ਨਾ ਪ੍ਰਭ ਆਗੇ ਅਰਦਾਸ। ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਮ ਕੇ ਲਈ ਆਏ। ਫਿਰ ਅੰਗਤ ਗੁਰਤੀ ਅਮਰਦਾਸ ਰਾਮਦਾਸ ਸਿੰਘ ਸਹਾਇ। ਅਰਜਨ ਹਰ ਗੋਬਿੰਦ ਨਾਮ ਸਿਮਰਾਓ। ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ। ਜਿਸ ਦਿੱਤੇ ਸਭ ਕੁਝ ਜਾਏ।
तेग बहादुर सिमरिया करनाऊ दे आवे धाई सुधाई हुई सहाय। दसवें पातशाह गुरु गोबिंद सिंह जी कलगीधर सच्चे पातशाह जी सुधाई हुई सहाय। दसां पातशाहियों के जोत स्वरूप श्री गुरु ग्रंथ साहिब जी के पाठ दर्शन दीदार जी का ध्यान धरकी बोलो जी। पंजां प्यारियां चौहां साहिबजादियां 40 मुक्तियां हथियां जपियां तपियां जिन्ना नाम जपिया वंड चुकिया दी चलाई दी गवाई दी अंड कीता तिना प्यारे सचियारे की कमाई का ध्यान धरकी बोलो जी। जिन्ना सिंगा सिंगड़ियां ने धर्म की सीख दिते बंद बंद कटवाए पोपरियां लोहाइयां चरखड़ियां दी जड़े आलम च रह गए। गुरुद्वारे की सेवा ने कुर्बानियां कीतियां धर्म नहीं हारिया सिक्की केसां विश्वासां नाल निभाई तिन्हां दी कमाई का ध्यान धरके बोलो जी। पंजां तख्तां सरबत गुरुद्वारियां गुरधामां जी का ध्यान धरके बोलो जी। प्रथमे सरबत खालसा जी की अरदास है जी खालसा जी को वाहिगुरू 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 नाम दिया कित्याम का सदका सब सुख होवे जहाँ जहाँ खालसा जी तां दर चरियात देख देख फतेह दिल की पैठ पंथ की जी। श्री साईं सहाय खालसे जी की बोल बाली बोलो जी। सिखान सिखी दान के स्थान रहतान भविक दान साफ दान भरोसा दान दाना सिरदान दान। श्री अमृतसर साहिब जी के दर्शन इशनान चौकियां झंडे होंगे जुगो जुग अटल धर्म का जयकार बोलो जी। सिखां दा मानीवा मातुजी मत पथ दा रखा वाहिगुरू हे अकाल पुरख अपने पंथ दे साहिबदार जीओ। श्री ननकाना साहिब के गुरुद्वारे गुरधामां दे जिन्हां तो पंथ नूं विछोड़िया गया खुले दर्शन दीदार दी सेवा संभाल दा दान प्यारे खालसा जी नूं बख्शो। हे निवाणियां दी वाण निताणियां दी तान योटियां दी ओटनी आसन दी आसरी सच्चे पिता धन धन श्री गुरु ग्रंथ साहिब महाराज जी सच्चे पातशाह जीओ। आप जी दे पावन पवित्र चरण कमलां दे विच दोने हथ जोड़ के निमरता से अरदास बेनती जोदड़िए आप जी दे पावन वचन हन। जिहा चीरी लिखिया तिहा हुक्म कमाई कल्ले आवे नानका सती उठी जाही सबना मरना आया विठोड़ा सबना पुछो जाए सियाने आगे में निकरां दे पावन वचन अनुसार आप ये दे कारदार दे प्रीतम स्वर्गवासी माता महावीर गुर सच्चे पातशाह जी दे दित्ते विश्वासां दी पूंजी ने भोगदियां संसार दी यात्रा करदियां सच्चे पातशाह आप जी दे चरणां दी जाब राज सन उन्हां दे रूह कल्याण वास्ते गुरमुख परिवार वालों सच्चे पातशाह रखे सहज पाठ जी दे भोग पाए हैं। आप जी दे पावन पवित्र बाणी दे पाठ करदियां भोग पाउंदे सच्चे पातशाह जी पौड़ां राम कलीनंद साहिब दे जाप करदियां अनेक तरह दी भुल्लां हो जांदियां अनजान बच्चे सुन के माफ करना जो सुख छुपट बाणी पढ़न दी सेवा करन दी समर्थ बख्श करनी। इस बाणी दा भाव स्वर्गवासी माता महावीर गौर दे सच्चे पातशाह रूह प्राप्त होवे उन्हां दे बंधन कटने चरणां विच निवास बख्शिश करना। पिछे परिवार दे मेर परिया सिर ते हथ रखना पाना मनन दा बल बख्शिश करना। सच्चे पातशाह संसार दी यात्रा करदे हां जानी अनजानी अनेक तरह दी भुल्लां हो जांदियां अनजान बच्चे समझ के माफ करना। सच्चे पातशाह कृपा करो दीन की दाते मेरा गुण आओ गुण ना विचारो कोई। सच्चे पातशाह गुणा दी अवगुणा दा हिसाब ना तकना हाथ ना करके बख्श देना मीर परिया सिर ते हाथ रखना। सच्चे पातशाह जीओ गुरमुख परिवार वालों सच्चे पातशाह जी आप जी सुंदर अरमाले भेटे कीते जांदे ने सेवकां दे लोक परलोक ते पढ़दे कितने कमाईयां विच बरकतां पाउणियां नाम बाणी नाल जोड़ के गुरसिੱਖੀ जीवन बख्श करना। सच्चे पातशाह जी आप जी दे हजूर देख सज के इधर परवान होया प्रचार सिद्ध वर्ते जो छके सतनाम श्री वाहिगुरू जी दा नाम जपे कृपा करनी। गुरमुख परिवार वालों जिस सच्चे पातशाह जो भी पुण्य कर्म किया गया बाणी पढ़ी गई कथा कीर्तन विचारा हुई सच्चे पातशाह सिमरन किया गया है। सच्चे पातशाह इस बाणी का भाव पढ़ी सुनी गुरबाणी का कीते हुए पुण्य कर्म का फल सच्चे पातशाह विछड़ी हुई रूह माता स्वर्गवासी माता महावीर कौर जी नूं प्राप्त होवे। उन्हां दे बंधन कटे चरणां दी प्रीत बख्शिश करनी मेरा परिया सिर ते हथ रखना। सच्चे पातशाह जीओ स्वर्गवासी माता महावीर कौर दे भैण जी सच्चे पातशाह माता कृपाल कौर वालों सच्चे पातशाह जी स्वर्गवासी माता महावीर कौर दी सच्चे पातशाह रूह कल्याण वास्ते आप जी ने सुंदर माला भेटा किया गया। सिद्धां दे लोक परलोक दे पढ़दे गजने ते उन्हां दे सच्चे पातशाह रूह कल्याण वास्ते श्री जपजी साहिब दे बेअंत पाठ कीते गए हैं। सच्चे पातशाह बाणी पढ़दे असीं बन गाउंदे हां अनेक तरह दी भुल्लां हो जांदियां इस बाणी दा भाव सच्चे पातशाह विछड़ी हुई रूह प्राप्त हो मेरा परिया सिर ते हथ रखना नाम बाणी नाल जोड़ के गुरसिੱਖੀ जीवन चढ़दियां कला दियां बख्शां करनियां। सच्चे पातशाह जीओ स्वर्गवासी सच्चे पातशाह जीओ
ਮਾਤਾ ਮਹਾਂਵੀਰ ਕੌਰ ਦੀ ਸੱਚੇ ਪਾਤਸ਼ਾਹੀ ਰੂਪ ਲਿਆਉਣ ਵਾਸਤੇ ਗੁਰਮੁਖ ਪਰਿਵਾਰ ਵੱਲੋਂ ਸਰਦਾਰ ਬਲਵੀਰ ਸਿੰਘ ਪਰਿਵਾਰ ਵੱਲੋਂ ਸੱਚੇ ਪਾਤਸ਼ਾਹੀ ਗੁਰਦੁਆਰਾ ਸਾਹਿਬ ਸ਼ਾਹਪੁਰ ਵਾਸਤੇ 1000 ਯੂਨਿਟ ਸੱਚੇ ਪਾਤਸ਼ਾਹੀ ਡੋਨੇਸ਼ਨ ਗੁਰਦੁਆਰਾ ਸਾਹਿਬ ਦੀ ਸੇਵਾ ਕਰਦੇ ਨੇ। ਕਿਰਪਾ ਕਰਨੀ, ਕਮਾਈਆਂ ਵਿੱਚ ਬਰਕਤਾਂ ਪਾਉਣੀਆਂ, ਨਾਮ ਬਾਣੀ ਨਾਲ ਜੁੜ ਕੇ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾ ਦੀਆਂ ਬਖਸ਼ਾਂ ਕਰਨੀਆਂ। ਸੱਚੇ ਪਾਤਸ਼ਾਹ ਜੀ ਆਪ ਜੀਆਂ ਦੇ ਘਰਦਾਰ ਦੇ ਪ੍ਰੀਤਵਾਨ ਸੁਰਗਾਸੀ ਸਰਦਾਰ ਬਲਜਿੰਦਰ ਸਿੰਘ ਦੀ ਪਹਿਲੀ ਬਰਸ਼ ਸੱਚੇ ਪਾਤਸ਼ਾਹ ਸਬੰਧ ਵਿੱਚ ਸੱਚੇ ਪਾਤਸ਼ਾਹ ਜੀਓ ਬੀਬੀ ਪਰਮਿੰਦਰ ਕੌਰ ਵੱਲੋਂ ਸੱਚੇ ਪਾਤਸ਼ਾਹ ਬਰਸੀ ਦੇ ਸਬੰਧ ਵਿੱਚ ਅੱਜ ਦੀ ਚਰਨ ਕਮਲਾਂ ਵਿੱਚ ਅਰਦਾਸ ਕਰਨ ਲਈ ਮਿਹਰ ਭਰਿਆ ਸੱਚੇ ਹੱਥ ਰੱਖਣਾ, ਪੀੜੀ ਨੂੰ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ। ਆਪ ਜੀ ਦੇ ਘਰਦਾਰ ਦੇ ਪ੍ਰੀਤਵਾਨ ਸਰਦਾਰ ਗੁਰਚਰਨ ਸਿੰਘ, ਸਰਦਾਰ ਤਰਲੋਕ ਸਿੰਘ, ਸੱਚੇ ਪਾਤਸ਼ਾਹ ਜੀ ਵੀ ਪਿਆਰਪੁਰ ਸੱਚੇ ਪਾਤਸ਼ਾਹ ਜੀ ਸਰਦਾਰ ਪਰਮਜੀਤ ਸਿੰਘ, ਸਰਦਾਰ ਰਣਵੀਰ ਸਿੰਘ, ਭਾਈ ਮਨਜੀਤ ਸਿੰਘ ਸੁਰਗਾਸੀ, ਸਰਦਾਰ ਕਰਤਾਰ ਸਿੰਘ ਸੱਚੇ ਪਾਤਸ਼ਾਹ ਜੀ ਮਲਾਇਆ ਸਮਾਚਾਰ, ਸਰਦਾਰ ਹਿੰਦ ਸਿੰਘ, ਬੀਬੀ ਗੁਰਦੀਪ ਕੌਰ, ਸਰਦਾਰ ਕੁਲਦੀਪ ਸਿੰਘ, ਸਰਦਾਰ ਮੱਖਣ ਸਿੰਘ ਜੌਣੀ, ਸਰਦਾਰ ਕੁਲਦੀਪ ਸਿੰਘ, ਸਰਦਾਰ ਕੁਲਵੰਤ ਸਿੰਘ, ਸਰਦਾਰ ਅਵਤਾਰ ਸਿੰਘ, ਸਰਦਾਰ ਦੀਦਾਰ ਸਿੰਘ, ਬੀਬੀ ਰਵਿੰਦਰ ਕੌਰ, ਸਰਦਾਰ ਨਿਰਮਲ ਸਿੰਘ, ਸੱਚੇ ਪਾਤਸ਼ਾਹ ਦੇ ਘਰਦਾਰ ਦੇ ਪ੍ਰੀਤਵਾਨ ਬੀਬੀ ਨਿਰਮਲ ਕੌਰ, ਸੱਚੇ ਪਾਤਸ਼ਾਹ ਸਰਦਾਰ ਮੇਰ ਸਿੰਘ, ਸੱਚੇ ਪਾਤਸ਼ਾਹ ਜੀ ਲੋਰ ਜਗਿੰਦਰ ਸਿੰਘ, ਬੀਬੀ ਮਹਿਰ ਕੌਰ, ਸੱਚੇ ਪਾਤਸ਼ਾਹ ਜੀ ਆਪਣੇ ਚਰਨ ਕਮਲਾਂ ਦੇ ਵਿੱਚ ਅਰਦਾਸ ਬੇਨਤੀ ਕਰਦੇ ਹਨ। ਜਿਨ੍ਹਾਂ ਖਜ਼ਾਨਿਆਂ ਨੂੰ ਜਮਾਇਆ ਇਸ ਸੱਚੇ ਪਾਤਸ਼ਾਹ ਖਜ਼ਾਨੇ ਭਰਪੂਰ ਕਰਨੇ, ਕਾਲ ਕੰਟ ਦੂਰ ਕਰਨੇ, ਬੀਜਿਆ ਹਰਿਆ ਕਰਨਾ, ਚਰਨਾਂ ਦੀ ਪ੍ਰੀਤ ਬਖਸ਼ ਕਰਨੀ, ਸਭਨਾਂ ਨੂੰ ਤੰਦਰੁਸਤੀਆਂ ਨਾਮ ਦੀ ਦਾਤ ਔਰ ਸਿੱਖੀ ਜੀਵਨ ਬਖਸ਼ ਕਰਨਾ। आई हुई संगत की हाजरी दर प्रवान करनी। सच्चे पातशाह जी आप जी सच्चे पातशाह जी चरण कमलों के अरदास बेनती जो जी कृपा रहमत करनी है, चढ़दियां कला दियां बख्शां करनी। सच्चे पातशाह जी विखड़े रूप चरणों की प्रीत बख्श करनी। मेरा भरिया सिर ते हथ रखना कृपा करो। पावन पवित्र हुक्मनामा बख्श करके निहाल करो जी। आप जी दे दर ते जो भी आवे सब राजी जावे। गुरु नानक नाम चढ़दी कला तेरे भाने सबक दा भला। वाहिगुरू जी का खालसा वाहिगुरू जी की फतेह। दोहरा गया भैया काल की तमै जलायो, सब सिखन को हुक्म है गुरु मानियो। गुरु ग्रंथ जी मानियो प्रगट पुरानी, जो प्रभु को मिल बोझा है को शब्द में राज करेगा खालसा। कुआर हुए सब मिलेंगे बचे शरण जो, कुआर हुए सब मिलेंगे बचे शरण जो। बोले सो निहाल। वाहिगुरू जी का खालसा वाहिगुरू जी की फतेह।